ਜ਼ਬੂਰ ਜ਼ੋਨ Psalms in ਪੰਜਾਬੀ context ਦਾ 11ਵਾਂ ਐਪੀਸੋਡ। ਅੱਜ ਅਸੀਂ ਇਸ ਐਪੀਸੋਡ 'ਚ ਫੋਕਸ ਕਰਾਂਗੇ ਜ਼ਬੂਰ 87 ਤੇ। ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰ ਕਰਦੀ ਹਾਂ ਜੋ ਤੁਸੀਂ ਸਮੇਂ ਕੱਢ ਕੇ ਸਾਰੇ ਐਪੀਸੋਡਸ ਨੂੰ ਦੇਖਦੇ ਹਨ, ਸਾਡੇ ਨਾਲ ਇੰਗੇਜ ਕਰਦੇ ਹਾਂ। ਅੱਜ ਸਾਡੇ ਵਿੱਚ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਸਕ੍ਰਿਪਚਰ ਪੜ੍ਹਨਗੇ ਤੇ ਪਾਸਟਰ ਐਰਿਕ ਇਹਨਾਂ ਤੇ ਰਿਫਲੈਕਸ਼ਨ ਦੇਣਗੇ। ਐਂਡ ਅਸੀਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦੇ ਹਾਂ ਕਿ ਤੁਸੀਂ ਆਪਣੇ ਕਮੈਂਟਸ, ਆਪਣੇ ਸਵਾਲ ਸਾਡੇ ਨਾਲ ਸ਼ੇਅਰ ਕਰੋ ਕਮੈਂਟ ਬਾਕਸ ਵਿੱਚ। ਹੁਣ ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। आओ असी खुदा दी हजूरी च अपने आप नूं लैके चलीए, अपनी अखां नूं बंद करिए ते अपने सरां नूं उसदे अगे उसदे हजूर झुकाइए। खुदावन तेरा शुक्र करदे हां दिन भर दी हिफाजत निगहबानी दे लई। तू साडे नाल रहा खुदावन ते साडा मददगार रहा और सानू हर तरह नाल बचा के अपनी पनाह विच रखिया। ते सब तो वड्डी गल खुदावन तू ने सानू तंदुरुस्ती दित्ती। इस मौके लिए तेरा शुक्र करते हैं खुदावन जो तू साडी जिंदगी सानू दिता कि असी तेरे खादम दे जरिए सारे मिल के जो कुछ भी सानू सिखाउंदे ने वो उन्हां दी तरफों ना होवे बल्कि खुदा दी तरफों होवे। जो कुछ भी सानू सिखाउण खुदावन उसनू असी सीखिए ते अपनी जिंदगी दे विच लैके चलण वाले होइए। इस समय खुदावन असी उन्हां नू तेरे हत्थां च सुपुर्द करदे हां और तेरे लहू दे विच उन्हां नू मसक करदे हां। खुदावन जो कुछ भी हो सानू सिखाउण उस ते तेरी बरकत होवे। तेरे बेटे यीशु नासरी दे जलाली ते पवित्र लहू च मंगदे हां, आमीन। थैंक यू अंकल जोशुआ। आओ हुण ਅਸੀਂ ਸਕ੍ਰਿਪਚਰ ਰੀਡਿੰਗ 'ਚ ਚੱਲਾਂਗੇ ਆਂਟੀ ਜੋਤੀ ਤੇ ਅੰਕਲ ਜੋਸ਼ੁਆ ਦੇ ਨਾਲ। ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ, ਜਿੰਨੇ ਵੀ ਸਾਨੂੰ ਇਸ ਵਕਤ ਆਨਲਾਈਨ ਦੇਖ ਰਹੇ ਹਨ, ਖੁਦਾਵੰਤ ਨੂੰ ਬਹੁਤ ਬਹੁਤ ਬਰਕਤ ਦੇਵੇ। ਅੱਜ ਅਸੀਂ ਪੜਾਂਗੇ ਜ਼ਬੂਰ 87 ਯਰੂਸ਼ਲਮ ਸ਼ਹਿਰ ਦੀ ਮਹਿਮਾ। ਕੋਰਾ ਨਬੀ ਦੇ ਪੁੱਤਰਾਂ ਦਾ ਇਹ ਗੀਤ ਹੈ। ਅਸੀਂ ਪਹਿਲੀ ਅੱਜ ਪੜਾਂਗੇ। ਪਵਿੱਤਰ ਪਹਾੜ ਸਿਯੋਨ ਦੇ ਉੱਤੇ ਪ੍ਰਭੂ ਨੇ ਆਪਣੇ ਸ਼ਹਿਰ ਦੀਆਂ ਨੀਹਾਂ ਰੱਖੀਆਂ ਹਨ। यहोवा याकूब दे सारे डेरियां नालों सियोन दे फाटकां नाल प्रेम रखदा है। हे परमेश्वर दे शहर, तेरे बारे अद्भुत गल्लां कहीਆਂ ਗਈਆਂ ਹਨ। मैं अपने जाणूआं विच राहब अते बाबल दा चर्चा करांगा। वेखो फलिस्त अते सुर अते कुश दा भी भाई ਇਹ ਉੱਥੇ ਜੰਮਿਆ ਸੀ। ਸਿਯੋਨ ਦੇ ਸੰਬੰਧ ਵਿੱਚ ਇਹ ਕਿਹਾ ਜਾਏਗਾ, ਸਭ ਦੇਸ਼ਾਂ ਦਾ ਆਰੰਭ ਉੱਥੇ ਹੀ ਹੋਇਆ। ਪਰਮ ਪ੍ਰਧਾਨ ਆਪ ਉਸ ਨੂੰ ਸਥਾਪਿਤ ਕਰੇਗਾ। ਯਹੋਵਾ ਉਮਤਾਂ ਦੀ ਗਿਣਤੀ ਵਿੱਚ ਲਿਖੇਗਾ ਕਿ ਇਹ ਵੀ ਉੱਥੇ ਜੰਮਿਆ ਸਲਾ। ਹਰ ਕੋਈ ਗਾਉਂਦਾ ਤੇ ਨੱਚਦਾ ਇਹ ਹੀ ਕਹੇਗਾ, ਮੇਰੀ ਹਰ ਚੀਜ਼ ਦਾ ਸੋਮਾ ਉਹ ਹੀ ਹੈ। ਪ੍ਰਭੂ ਦੀ ਵਚਨ ਪੜ੍ਹੇ ਔਰ ਸੁਣੇ ਜਾਣ ਵਿੱਚ ਆਸ਼ੀਸ਼ ਤੇ ਬਰਕਤ ਹੋਵੇ, ਆਮੀਨ। Thank you ਇਸ ਸਕ੍ਰਿਪਚਰ ਰੀਡਿੰਗ ਲਈ। ਆਓ ਹੁਣ ਅਸੀਂ ਆਮੀਨ। ਪਾਸਟਰ ਐਰਿਕ ਸਰਵਾਰ ਨਾਲ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ। बहुत बहुत शुक्रिया एंजल, सिस्टर ज्योति और अंकल जोशुआ। और अज असीं खुदा दा शुक्र अदा करने हैं कि असीं ਜ਼ਬੂਰ 87 ਤੇ ਪਹੁੰਚ ਗਏ ਹਾਂ, ਜਿਹੜਾ ਕਿ ਬਨੀ ਕੋਰਾ ਦਾ ਜਿਹੜਾ 11 ਜ਼ਬੂਰਾਂ ਦਾ ਸੈੱਟ ਹੈ, ਉਹਦੇ ਵਿੱਚੋਂ 10ਵਾਂ ਹੈ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ ਕਿ ਅਸੀਂ ਜ਼ਬੂਰ 85 ਤੋਂ ਬਾਅਦ 86 ਨੂੰ ਸਕਿਪ ਕੀਤਾ ਵੇ ਔਰ ਅਸੀਂ ਸਿੱਧਾ 87 ਤੇ ਆਏ ਹਾਂ। ਉਹਦੀ ਵਜ੍ਹਾ ਕੀ ਹੈ? ਕਿਉਂਕਿ ਜਿਹੜੇ ਸਾਡੇ ਸਾਰੇ ਐਪੀਸੋਡ ਨੇ ਉਹਦੇ ਵਿੱਚ ਰਾਦਰ ਦੈਨ ਕਿ ਅਸੀਂ ਕ੍ਰੋਨੋਲੋਜਿਕਲੀ ਜਾਂ ਅਸੀਂ ਉਹਨੂੰ ਬੁੱਕ ਆਰਡਰ ਤੇ ਜਾਈਏ, ਅਸਾਂ ਉਹਨੂੰ ਤਕਸੀਮ ਕੀਤਾ ਵੇ ਜਿਹੜੇ ਰਾਈਟਰਸ ਨੇ ਉਹਨਾਂ ਦੇ ਸੈੱਟ ਦੇ ਵੱਲ ਨਾਲ। ਪਰ ਚੂੰਕਿ ਅਸਾਂ ਦੂਸਰੀ ਕਿਤਾਬ ਸ਼ੁਰੂ ਕੀਤੀ ਸੀ ਜ਼ਬੂਰਾਂ ਦੀ, ਜਿਹੜੀ ਜ਼ਬੂਰ 42 ਤੋਂ ਸੀ, ਔਰ ਉਹਦੇ ਵਿੱਚ ਬਨੀ ਕੋਰਾ ਦੇ ਜਿਹੜੇ ਮਜ਼ਾਮੀਰ ਸਨ ਅਸਾਂ ਉਹਨਾਂ ਨੂੰ ਫੋਕਸ ਕੀਤਾ ਸੀ। ਅੱਜ ਅਸੀਂ ਜਿਹੜੀ ਬਨੀ ਕੋਰਾ ਦੇ 11 ਜ਼ਬੂਰਾਂ ਦਾ ਸੈੱਟ ਹੈ ਉਹਦੇ ਵਿੱਚੋਂ ਅਸੀਂ ਸੈਕੰਡ ਲਾਸਟ ਯਾਨੀ 10ਵੇਂ ਜ਼ਬੂਰ ਤੇ ਆ, ਤੇ ਕੱਲ ਖੁਦਾ ਨੇ ਚਾਹਿਆ ਤੇ ਅਸੀਂ ਜ਼ਬੂਰ 88 ਜਿਹੜਾ ਵੇ ਯਾਨੀ ਜਿਹੜਾ ਬਨੀ ਕੋਰਾ ਦਾ ਆਖਰੀ ਜ਼ਬੂਰ ਹੈ ਉਹਨੂੰ ਅਸੀਂ ਡਿਸਕਸ ਕਰਾਂਗੇ, ਉਹਨੂੰ ਅਸੀਂ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਸੋ ਜ਼ਬੂਰ 88 ਜਿਵੇਂ ਤੁਸੀਂ ਪੜ੍ਹਿਆ ਵੇ ਔਰ ਸੁਣਿਆ ਵੇ ਕਿ ਬਨੀ ਕੋਰਾ ਦਾ ਮਜ਼ਮੂਰ ਹੈ। ਬਨੀ ਕੋਰਾ ਜਿਵੇਂ ਮੈਂ ਬਾਰ-ਬਾਰ ਹਰ ਵਾਰੀ ਮੈਂ ਜ਼ਿਕਰ ਕਰਨਾ ਵਾ ਕਿ ਦੇ ਵਰ ਪਾਰਟ ਆਫ ਦਾ ਲੀਵਾਈਟ ਕਲਾਨ, ਲਾਵੀਆਂ ਦੇ ਕਬੀਲੇ ਚੋਂ ਹਨ। ਇਹਨਾਂ ਦਾ ਜਿਹੜਾ ਵੱਡਾ ਇੱਕ ਸਰਦਾਰ ਸੀ ਉਹਨੇ ਹਾਰੂਨ ਤੇ ਮੂਸਾ ਦੇ ਖਿਲਾਫ ਬਗਾਵਤ ਕਰ ਦਿੱਤੀ ਗਿਣਤੀ ਦੀ ਕਿਤਾਬ ਦੇ ਵਿੱਚ, ਤੇ ਲਿਖਿਆ ਵੇ ਕਿ ਉਹ ਲੀਡਰ ਸਨ ਦਾਤਨ ਤੇ ਅਬੀਰਾਮ। ਉਹਨਾਂ ਕਿਹਾ ਜੀ ਖੁਦਾ ਸਿਰਫ ਮੂਸਾ ਨਾਲ ਹੀ ਗੱਲ ਕਰ ਸਕਦਾ, ਸਾਡੇ ਨਾਲ ਨਹੀਂ ਕਰ ਸਕਦਾ, ਅਸੀਂ ਸਾਰੇ ਲੀਡਰ ਆ, ਠੀਕ ਹੈ ਨਾ। ਉਹ ਪੰਜਾਬੀਆਂ ਦੀ ਮਿਸਾਲ ਨਾ, ਉਹ ਕਿਸੇ ਕਿਹਾ ਜੀ ਨਾ ਠੂਇਆਂ ਦਾ ਕੋਈ ਗਰੋਹ ਜਾ ਰਿਹਾ ਸੀ, ਕਿਸੇ ਠੂਏ ਹੁੰਦੇ ਨਾ ਬਿੱਛੂ, ਉਹਨੇ ਕਿਹਾ ਜੀ ਤੁਸੀਂ ਸਾਰੇ ਸਕੈਟਰ ਹੋਏ ਹੋ ਕਿ ਉਧਰ ਮੂੰਹ ਚੁੱਕਿਆ, ਕਿ ਉਧਰ ਮੂੰਹ ਚੁੱਕਿਆ, ਕਿ ਉਧਰ ਮੂੰਹ ਚੁੱਕਿਆ ਵੇ, ਤੁਹਾਡਾ ਲੀਡਰ ਕੌਣ ਹੈ?
ਆਂਦਾ ਜਿਹਨੂੰ ਉਂਗਲੀ ਲਾਏਗਾ ਨਾ ਉਹ ਹੀ ਲੀਡਰ ਹੈ, ਤੈਨੂੰ ਦੱਸੇਗਾ ਉਹ ਹੀ ਡੰਗ ਮਾਰੇਗਾ ਜਦੋਂ ਹੱਥ ਲਾ ਕੇ ਵੇਖ, ਠੀਕ ਹੈ। ਸੋ ਦੈਟ ਵਾਸ ਦਾ ਆਈਡੀਆ, ਆਲ ਸਕੇਟਰਡ, ਸਾਰੇ ਲੀਡਰ ਸਨ। ਤਾਂ ਉਹਨਾਂ ਵੀ ਇਹ ਇਸ਼ੂ ਬਣਾਇਆ, ਉਹਨਾਂ ਕਿਹਾ ਜੀ ਭਾਈ ਖੁਦਾ ਮੂਸਾ ਨਾਲ ਸਿਰਫ ਗੱਲ ਕਰ ਸਕਦਾ, ਮੂਸਾ ਕੇ ਵੱਡਾ ਲੀਡਰ ਹੈ, ਅਸੀਂ ਵੀ ਤਾਂ ਆਵਾਂ, ਸਾਡੇ ਨਾਲ ਤਾਂ ਖੁਦਾ ਗੱਲ ਕਰ ਸਕਦਾ ਵੇ। ਅਲਟੀਮੇਟਲੀ ਖੁਦਾ ਜ਼ਾਹਿਰ ਹੋਇਆ ਔਰ ਖੁਦਾ ਨੇ ਉਹਨਾਂ ਨੂੰ ਐਸੀ ਸਜ਼ਾ ਦਿੱਤੀ ਕਿ ਜ਼ਮੀਨ ਫਟ ਗਈ, ਔਰ ਦਾਤਨ ਨਬੀ ਰਾਮ ਦੇ ਪੂਰੀ ਫੈਮਲੀਆਂ ਔਰ ਉਹਨਾਂ ਦੇ ਜਿਹੜੇ ਗਰੋਹ ਸਨ, ਜਿਹੜੇ ਜਿਨ੍ਹਾਂ ਮੂਸਾ ਦੇ ਖਿਲਾਫ ਬਗਾਵਤ ਕੀਤੀ ਸੀ, ਉਹ ਸਾਰੇ ਖੁੱਲੀ ਜ਼ਮੀਨ ਦੇ ਵਿੱਚ ਅੰਦਰ ਦਫਨ ਹੋ ਗਏ ਔਰ ਜ਼ਮੀਨ ਦਾ ਮੂੰਹ ਤੋਂ ਬੰਦ ਹੋ ਗਿਆ। ਸੋ ਦੈਟ ਵਾਸ ਅ ਟ੍ਰੈਜਿਕ ਇਨਸੀਡੈਂਟ, ਜਦੋਂ ਉਹਨਾਂ ਨੇ ਖੁਦਾ ਦੇ ਚੁਣੇ ਹੋਏ ਬੰਦੇ ਦੇ ਖਿਲਾਫ ਔਰ ਉਹਨਾਂ ਬਗਾਵਤ ਕੀਤੀ। ਲੇਕਿਨ ਜਿਵੇਂ ਮੈਂ ਦੱਸਿਆ ਸੀ ਕੱਲ ਵੀ ਕਿ ਤਕਰੀਬਨ 7 ਜਨਰੇਸ਼ਨ ਗੁਜ਼ਰੇ ਜਾਣ ਤੋਂ ਬਾਅਦ ਫਿਰ ਸੈਮੂਅਲ ਨਬੀ ਖੁਦਾ ਨੇ ਕੋਰਾ ਦੇ ਘਰਾਣੇ ਚੋਂ ਉਹਨੂੰ ਨਬੀ ਕਾਇਮ ਕੀਤਾ, ਉਹਨੇ ਪ੍ਰੋਫੈਟਿਕ ਸਕੂਲ ਖੜੇ ਕੀਤੇ, ਔਰ ਫਿਰ ਉਹਦੇ ਬਾਅਦ ਇੰਜ ਜਦੋਂ ਦਾਊਦ ਨੇ ਖੈਮਾ ਲਗਾਇਆ, ਦਾਊਦ ਨੇ ਫਿਰ ਇਹਨਾਂ ਸਾਰੇ ਜਿਹੜੇ ਮਿਊਜ਼ੀਸ਼ੀਅਨ ਸਨ, ਸਿੰਗਰ ਸਨ, ਆਰਟਿਸਟ ਸਨ, ਪੋਇਟ ਸਨ, ਜਿਹੜੇ ਬਨੀ ਕੋਰਾ ਦੇ ਵਰ ਆਰਟਿਸਟਿਕ ਕਮਿਊਨਿਟੀ ਐਕਚੁਅਲੀ, ਤੇ ਉਹਨਾਂ ਨੂੰ ਫਿਰ ਉਹਨੇ ਦੁਬਾਰਾ ਤੋਂ ਖੈਮੇ ਦੇ ਵਿੱਚ ਉਹਨਾਂ ਨੂੰ ਦੁਬਾਰਾ ਕੰਮ ਦਿੱਤਾ ਔਰ ਉਹਨਾਂ ਨੂੰ ਉਹਨਾਂ ਦੀ ਖਿਦਮਤਾਂ ਉਹਨਾਂ ਨੂੰ ਦਿੱਤੀਆਂ। ਲਿਹਾਜ਼ਾ ਜਿਹੜਾ ਅੱਜ ਦਾ ਜਿਹੜਾ ਜ਼ਬੂਰ ਹੈ, ਤੁਹਾਨੂੰ ਵੇਖਿਆ ਕਿ ਬਨੀ ਕੋਰਾ ਦੇ ਜਿਹੜਾ ਜ਼ਬੂਰ ਨੇ ਉਹਨਾਂ ਵਿੱਚੋਂ 2 ਚੀਜ਼ਾਂ ਬੜੀਆਂ ਪ੍ਰੋਮੀਨੈਂਟ ਨੇ। ਨੰਬਰ 1, ਇੱਕ ਤੇ ਕੋਹੇ ਸਯੂਨ, ਖੁਦਾ ਦਾ ਪਹਾੜ, ਕਿਉਂਕਿ ਉਹ ਪਹਾੜ ਦੇ ਉੱਤੇ ਯਰੂਸ਼ਲਮ ਸ਼ਹਿਰ ਵਾਕਿਆ ਸੀ, ਠੀਕ ਹੈ। ਔਰ ਦੂਜੇ ਨੰਬਰ ਤੇ ਖੁਦਾ ਦੀ ਹੈਕਲ, ਠੀਕ ਹੈ। ਇਹ 3, ਔਰ ਤੀਸਰਾ ਜਿਹੜਾ ਵੱਡਾ ਮਜ਼ਮੂਨ ਹੈ ਉਹਨਾਂ ਦਾ, ਉਹ ਵੇ ਖੁਦਾ ਦੀ ਹਮਦੋ ਸਨਾ ਔਰ ਖੁਦਾ ਦੀ ਪ੍ਰਸਤਿਸ਼ ਔਰ ਗੀਤ ਔਰ ਸੰਗੀਤ, ਜਿਹੜਾ ਆਰਟਿਸਟਿਕ ਐਕਸਪ੍ਰੈਸ਼ਨ ਹੈ ਉਹਨਾਂ ਦਾ, ਹੈਕਲ ਦੇ ਨਾਲ ਜਿਹੜਾ ਜੁੜਿਆ ਹੋਇਆ ਉਹਨਾਂ ਦਾ ਆਰਟਿਸਟਿਕ ਐਕਸਪ੍ਰੈਸ਼ਨ। ਸੋ 3 ਵੱਡੇ ਥੀਮ ਇਹਦੇ ਵਿੱਚ ਮਿਲਦੇ ਨੇ ਸਾਨੂੰ। ਸੋ ਅਸੀਂ ਜਦੋਂ ਜ਼ਬੂਰ 87 ਤੇ ਆਉਂਦੇ ਹਾਂ ਮੇਰੇ ਅਜ਼ੀਜ਼ੋ, ਜ਼ਬੂਰ 87 ਤੇ ਵੇਖੋਗੇ ਕਿ ਮੈਂ ਬਾਰ-ਬਾਰ ਜ਼ਿਕਰ ਕਰਨਾ ਕਿ ਅਸੀਂ ਜਦੋਂ ਨੂੰ ਪੰਜਾਬੀ ਕੰਟੈਕਸਟ ਵਿੱਚ ਪੜ੍ਹਨੇ ਆ ਨਾ, ਅੱਛਾ ਦਿਲਚਸਪ ਗੱਲ ਮੈਂ ਤੁਹਾਨੂੰ ਦੱਸਾਂ ਇੱਕ ਹੋਰ ਜਿਹੜੀ ਮੈਂ ਜ਼ਿਕਰ ਨਹੀਂ ਕੀਤੀ, ਮੈਨੂੰ ਹੁਣ ਯਾਦ ਆ ਗਈ ਇੱਕਦਮ 11 ਐਪੀਸੋਡ ਦੇ ਵਿੱਚ। ਉਹ ਆਵੇ ਸਾਡੀ ਜਿਹੜੀ ਈਸਟਰਨ ਕਲਚਰ ਨਾ, ਜਿਵੇਂ ਹਿੰਦੀ ਹੈ, ਪੰਜਾਬੀ ਹੈ ਜਾਂ ਉਰਦੂ, ਪਰਸ਼ੀਅਨ, ਜਿਹੜਾ ਵੇ ਜਿਹੜੀਆਂ ਟਰਮਸ ਯੂਜ਼ ਹੋਈਆਂ ਨਾ ਓਰੀਜਨਲ ਇਬਰਾਨੀ ਦੇ ਵਿੱਚ, ਉਹਨਾਂ ਚੋਂ ਕਈ ਲਫ਼ਜ਼ਾਂ ਦੇ ਤਰਜਮੇ ਐਜ਼ ਇਟ ਇਜ਼ ਨੇ, ਯਾਨੀ ਵੀ ਆਰ ਵੈਰੀ ਕਲੋਜ਼ ਐਜ਼ ਅ ਸਿਮੈਟਿਕ ਲੈਂਗੁਏਜ ਹੁੰਦਿਆਂ ਆ ਅਸੀਂ ਇਬਰਾਨੀ ਜਿਹੜੀ ਜ਼ਬਾਨ ਹੈ ਉਹਦੇ ਬੜੇ ਕਲੋਜ਼ ਆ। ਇਸ ਲਈ ਸਾਨੂੰ ਇਬਰਾਨੀ ਅਗਰ ਸਾਨੂੰ ਪੜ੍ਹਨੀ ਆਏ ਔਰ ਅਗਰ ਅਸੀਂ ਬੋਲਣੀ ਆਏ ਤੇ ਇਬਰਾਨੀ ਦੇ ਵਿੱਚ ਜਾਂ ਅਸੀਂ ਜਿਹੜੀ ਉਰਦੂ ਬੋਲਦੇ ਆ ਨਾ, ਉਰਦੂ ਜ਼ਬਾਨ, ਉਰਦੂ ਚੂੰਕਿ ਪਰਸ਼ੀਅਨ ਹੈ, ਪਰਸ਼ੀਅਨ ਹੋ ਗਈ, ਹਿਬਰੂ ਹੋ ਗਈ, ਉਰਦੂ ਹੋ ਗਈ, ਪੰਜਾਬੀ ਹੋ ਗਈ, ਇਹ ਸਾਰੀਆਂ ਜਿਹੜੀਆਂ ਸਿਮੈਟਿਕ ਲੈਂਗੁਏਜ ਜਿਹੜੀਆਂ ਸੱਜੇ ਤੋਂ ਖੱਬੇ ਜਾਂਦੀਆਂ ਨੇ, ਠੀਕ ਹੈ, ਉਹ ਬੜੀਆਂ ਆਸਾਨ ਨੇ ਸਾਡੇ ਵਾਸਤੇ ਸਿੱਖਣਾ। ਲੇਕਿਨ ਜਿੰਨੀਆਂ ਫੋਨੈਟਿਕ ਨੇ ਨਾ, ਜਿਹੜੀਆਂ ਖੱਬੇ ਤੋਂ ਸੱਜੇ ਆਉਂਦੀਆਂ ਨੇ, ਅੰਗਰੇਜ਼ੀ ਹੋ ਗਈ, ਲੈਟਿਨ ਹੋ ਗਈ ਜਾਂ ਹੋਰ ਦੂਜੀਆਂ ਜ਼ਬਾਨਾਂ ਹੋ ਗਈਆਂ, ਉਹ ਸਾਡੇ ਵਾਸਤੇ ਮੁਸ਼ਕਲ ਹੈ ਕਿਉਂਕਿ ਅਸੀਂ ਆਦੀ ਨਹੀਂ ਆ, ਸਾਡਾ ਲੈਫਟ ਟੂ ਮਾਈਂਡ ਨਹੀਂ, ਅਸੀਂ ਰਾਈਟ ਟੂ ਲੈਫਟ ਜਾਂਦੇ ਆ। ਉਰਦੂ, ਹਿੰਦੀ, ਪੰਜਾਬੀ ਅਸੀਂ ਇੰਝ ਜਾਂਦੇ ਆ ਇਸ ਪਾਸੇ ਨੂੰ, ਠੀਕ ਹੈ ਨਾ, ਤਖਸੀਤ ਲਿਖਣ ਦੇ। ਸੋ ਇਸ ਲਈ ਬੜੀ ਦਿਲਚਸਪ ਗੱਲ ਹੈ ਵੀ ਕਿ ਮੈਂ ਜਦੋਂ ਓਰੀਜਨਲ ਹਿਬਰੂ ਟੈਕਸਟ ਜਦੋਂ ਮੈਂ ਪੜ੍ਹਨਾ ਵਾ ਟ੍ਰਾਂਸਲੇਸ਼ਨ ਦੇ ਨਾਲ, ਔਰ ਜਦੋਂ ਮੈਂ ਉਰਦੂ ਆਪਣੀ ਪੜ੍ਹਨਾ ਵਾ ਨਾ, ਸੋ ਇਟ ਸੀਮਸ ਵੈਰੀ ਕਲੋਜ਼ ਟੂ ਦਾ ਹਿਬਰੂ ਟੈਕਸਟ। ਸੋ ਦੈਟ ਇਜ਼ ਐਡਵਾਂਟੇਜ। ਇਸ ਲਈ ਜਿਹੜੇ ਗੋਰੇ ਸਕਾਲਰ ਨੇ ਨਾ, ਅੰਗਰੇਜ਼ ਜਿਹੜੇ, ਉਹ ਜਦੋਂ ਜ਼ਬੂਰਾਂ ਨੂੰ ਔਰ ਜਾਂ ਖੁਦਾ ਦੇ ਕਲਾਮ ਨੂੰ ਜਦੋਂ ਉਹਦੀ ਆਊਟਲਾਈਨ ਬਣਾਉਂਦੇ ਨੇ ਨਾ, ਉਹ ਆਪਣੇ ਵੈਸਟਰਨ ਮਾਈਂਡ ਨਾਲ, ਜਿਨ੍ਹਾਂ ਦਾ ਈਸਟਰਨ ਕੰਟੈਕਸਟ ਜਾਂ ਈਸਟਰਨ ਦੇ ਨਾਲ ਕੋਈ ਜ਼ਿਆਦਾ ਵਾਸਤਾ ਨਹੀਂ ਹੈ, ਉਹ ਆਪਣੀ ਹਰਮੈਨਿਊਟਿਕਲ ਔਰ ਆਪਣੀ ਜਿਹੜੀ ਉਹਨਾਂ ਦੀ ਜਿਹੜੀ ਇਲਮੀ ਆਊਟਲਾਈਨ ਹੈ ਉਹਦੇ ਮੁਤਾਬਕ ਚੱਲਦੇ ਨੇ। ਲੇਕਿਨ ਅਸੀਂ ਇਸੇ ਵੇਖਾਂਗੇ, ਅਸੀਂ ਅਗਰ ਨੈਚੁਰਲ ਫਲੋ ਵੇਖੀਏ ਤੇ ਮੈਂ 2-3 ਸਕਾਲਰਸ ਨੂੰ ਆਰਟੀਕਲ ਪੜ੍ਹੇ, ਮੈਂ ਕੁਝ ਹੋਰ ਚੀਜ਼ਾਂ ਫਾਈਂਡ ਆਊਟ ਕੀਤੀਆਂ ਕਿ ਇਹਦੀ ਆਊਟਲਾਈਨ ਕਿਵੇਂ ਕੀਤੀ ਹੋਈ ਹੈ ਉਹਨਾਂ, ਠੀਕ ਹੈ। ਸੋ ਜਿਹੜੇ ਵੈਸਟਰਨ ਸਕਾਲਰ ਸਨ, ਉਹਨਾਂ ਨੇ ਪਹਿਲੀਆਂ 2 ਆਇਤਾਂ ਆਊਟਲਾਈਨ ਬਣਾਈ, ਫਿਰ ਉਹਨਾਂ ਤੀਸਰੀ ਤੋਂ ਲੈ ਕੇ ਤੇ ਆਪਣਾ 5ਵੀਂ ਤੱਕ ਬਣਾਈ, ਫਿਰ ਅੱਗੋਂ 6ਵੀਂ ਤੇ 7ਵੀਂ ਤੱਕ ਬਣਾਈ, ਠੀਕ ਹੈ। ਜਦ ਕਿ ਤੁਸੀਂ ਅਗਰ ਨੈਚੁਰਲ ਫਲੋ ਜ਼ਬੂਰ ਦਾ ਵੇਖੋਗੇ, ਇਹਦੇ ਆਲਰੇਡੀ 3 ਹਿੱਸੇ ਮੌਜੂਦ ਨੇ। ਯਾਨੀ ਪਹਿਲਾ ਸਲਾਹ ਕਿੱਥੇ ਆਇਆ, ਜ਼ਰਾ ਵੇਖੋ। ਹਾਂ, ਪਹਿਲਾ ਸਲਾਹ ਕਿੱਥੇ ਆਇਆ, ਕਿਹੜੀ ਆਇਤ ਤੋਂ ਬਾਅਦ ਆਇਆ? 3 ਆਇਤ ਤੋਂ ਬਾਅਦ, ਠੀਕ ਹੈ। ਸੋ ਉਹਨਾਂ ਜੀ ਸਲਾਹ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਕਿ ਨਹੀਂ, ਪਹਿਲਾਂ ਤੁਹਾਨੂੰ ਮੈਂ ਦੱਸਿਆ ਕਿ ਨਹੀਂ ਸਲਾਹ ਦਾ ਮਤਲਬ, ਕਿ ਨਹੀਂ ਦੱਸਿਆ? ਖਿਆਲ ਨਹੀਂ ਪਾਸਬਲ। ਅੱਛਾ ਚਲੋ ਦੁਬਾਰਾ ਰਿਪੀਟ ਕਰ ਦਿੰਦੇ ਆ। ਸਲਾਹ ਦਾ ਮਤਲਬ ਪੌਜ਼ ਦੇਣਾ, ਖਾਮੋਸ਼ੀ, ਸਾਇਲੈਂਸ, ਜਾਂ ਹਿਊਮਨ ਵੌਇਸਸ ਚੁੱਪ ਹੋ ਜਾਏ, ਸਿਰਫ ਖਾਲੀ ਇੰਸਟਰੂਮੈਂਟ ਵੱਜੇ, ਠੀਕ ਹੈ। 3 ਆਪਸ਼ਨ ਨੇ। ਨੰਬਰ 1 ਇੱਕ ਕੀ ਹੈ, ਪੌਜ਼, ਬਿਲਕੁਲ ਖਾਮੋਸ਼ੀ, ਠੀਕ ਹੈ। ਨੰਬਰ 2 ਕੀ ਹੈ, ਕੋਈ ਵੌਇਸ ਨਹੀਂ, ਸਿਰਫ ਇੰਸਟਰੂਮੈਂਟ ਵੱਜਣਗੇ, ਠੀਕ ਹੈ। ਔਰ ਤੀਜਾ ਇਹ ਹੁੰਦਾ ਸੀ ਕਿ ਜਿਹੜੇ ਸਜਿੰਦੇ ਹੁੰਦੇ ਹਨ ਉਹ ਆਪਣੇ ਸਾਜ਼ ਬੰਦ ਕਰਕੇ ਤੇ ਖਲੋ ਜਾਂਦੇ ਹਨ ਜਾਂ ਉਹਨੂੰ ਉੱਤੇ ਚੁੱਕ ਲੈਂਦੇ ਹਨ, ਠੀਕ ਹੈ। ਸਲਾਹ, ਦਿਸ ਮੀਨਸ ਖਾਮੋਸ਼ੀ, ਸਾਇਲੈਂਸ, ਪੌਜ਼, ਵਾਟਐਵਰ। ਸੋ ਤੁਸੀਂ ਵੇਖੋਗੇ ਤੀਜੀ ਆਇਤ ਤੋਂ ਬਾਅਦ ਸਲਾਹ ਵੇ। ਦੂਸਰਾ ਸਲਾਹ ਕਿੱਥੇ ਵੇ? ਫਿਰ 6ਵੀਂ ਆਇਤ।
ਔਰ ਉਹਦੇ ਬਾਅਦ 7ਵੀਂ ਆਇਤ ਉਹਨਾਂ ਅਲਹਿਰਾ ਕਰ ਦਿੱਤੀ ਹੈ। ਸੋ ਨੈਚੁਰਲ ਫਲੋ ਦੇ ਮੁਤਾਬਕ ਜ਼ਬੂਰ ਦੇ ਆਲਰੇਡੀ 3 ਹਿੱਸੇ ਕੀ ਨੇ ਬਣੇ ਹੋਏ ਨੇ, ਠੀਕ ਹੈ। ਪਹਿਲਾ ਸਲਾਹ ਪਹਿਲੀ ਤੋਂ ਤੀਜੀ ਆਇਤ, ਫਿਰ ਚੌਥੀ ਤੋਂ 5ਵੀਂ 6ਵੀਂ ਤੱਕ, ਉਹਦੇ ਬਾਅਦ 7ਵੀਂ ਆਖਰੀ ਆਇਤ ਉਹਨਾਂ ਅਲੱਗ ਕਰ ਦਿੱਤੀ ਹੈ। ਸੋ ਲੈਟਸ ਗੋ ਟੂ ਦਾ टेक्स्ट नाउ। टेक्स्ट की है नंबर 1, तुम देखोगे पहली आयत की करिए जी, उसकी बुनियाद मुकद्दस पहाड़ों में है, खुदावन सयून के फाटकों को याकूब के सब मस्कनों से ज्यादा अजीज रखता है। ठीक है जी, कितनी चीजें आई ने जी। नंबर 1 पहाड़, ठीक है। नंबर 2 पवित्र, ठीक है जी। नीहा, सयून के फाटक यानी यरूशलेम शहर, ठीक है। सो पहाड़ ਅਸੀਂ ਜ਼ਿਕਰ ਕਰ ਚੁੱਕੇ ਹਾਂ, ਠੀਕ ਹੈ ਨਾ। ਤੁਹਾਨੂੰ ਮੈਂ 8 ਪਹਾੜ ਦੱਸੇ ਹਨ ਜਿਨ੍ਹਾਂ ਦਾ ਬੜਾ ਅਹਿਮ ਕਿਰਦਾਰ ਸੀ ਖੁਦਾ ਦੀ ਸਟੋਰੀ ਦੇ ਵਿੱਚ। ਅੱਜ ਅਸੀਂ ਉਹਨਾਂ ਪਹਾੜਾਂ ਤੇ ਨਹੀਂ ਜਾਵਾਂਗੇ, ਅੱਜ ਅਸੀਂ ਸਿਰਫ ਗੌਰ ਕਰਾਂਗੇ ਕਿ ਸਯੂਨ ਲਈ ਖੁਦਾ ਨੇ ਜਿੰਨਾ ਵੀ ਨਬੂਵਤੀ ਕਲਾਮ ਹੈ ਨਾ, ਜ਼ਕਰੀਆ ਨਬੀ ਦਾ ਸਹੀਫਾ ਵੇ, ਮਲਾਕੀ ਦਾ ਵੇ, ਯਸਾਇਆ ਵੇ, ਜਾਂ ਜਿੰਨੇ ਵੀ ਨਬੀਆਂ ਦੇ ਸਹੀਫੇ ਨੇ, ਉਹਨਾਂ ਵਿੱਚ ਮੋਸਟਲੀ ਸਯੂਨ ਨੂੰ, ਸ਼ਹਿਰ ਨੂੰ as a mother, as a female ਆਖਿਆ ਗਿਆ ਵੇ। ਇੰਟਰਸਟਿੰਗ। ਸੋ ਜਿਹੜਾ ਕਨਸੈਪਟ ਹੈ ਯਰੂਸ਼ਲਮ ਸ਼ਹਿਰ ਦਾ, that's not a masculine. Jerusalem represented as a feminized, as a feminine. ਕਿਵੇਂ? ਤੁਸੀਂ ਜਦੋਂ ਜ਼ਕਰੀਆ ਦਾ ਹਵਾਲਾ ਪੜੋਗੇ, ਜ਼ਰਾ ਇੱਕ ਹਵਾਲਾ ਕੱਢਿਓ ਜ਼ਰਾ, ਦੂਜੇ ਬਾਬ ਜ਼ਕਰੀਆ ਦੂਸਰਾ ਬਾਬ 10 ਤੋਂ 13, ਔਰ ਤੁਸੀਂ ਇੱਥੇ ਵੇਖੋਗੇ ਹੋਰ ਵੀ ਹਵਾਲੇ ਨੇ, ਮੈਂ ਸਿਰਫ ਇੱਕ ਰੈਫਰੈਂਸ ਦੇ ਰਿਹਾ ਮੈਂ। ਉੱਥੇ ਦੁਖਤਰ ਸਯੂਨ ਕਿਹਾ ਗਿਆ ਹੈ, ਐ ਸਯੂਨ ਕੀ ਬੇਟੀ, ਐ ਦੁਖਤਰ ਸਯੂਨ, ਐ ਬਿੰਤੇ ਸਯੂਨ, ਉਹ ਡਾਟਰ ਆਫ ਜ਼ਾਇਨ, ਠੀਕ ਹੈ। ਤੁਸੀਂ ਵੇਖੋ ਕਦੀ ਐ ਨਹੀਂ ਕਿਹਾ ਗਿਆ ਸਨ ਆਫ ਜ਼ਾਇਨ, ਠੀਕ ਹੈ। ਸੋ ਇੰਟਰਸਟਿੰਗਲੀ ਯਰੂਸ਼ਲਮ ਸ਼ਹਿਰ ਜਿਹੜਾ ਵੇ, ਇਟ ਹੈਜ਼ ਅ ਫੈਮਿਨਿਸਟ ਟੋਨ। ਇਸੇ ਲਈ ਅਗਲੀ ਜਿਹੜੀ ਜਦੋਂ ਆਵਾਂਗੇ ਨਾ ਕਿ ਇਹ ਆਦਮੀ ਵਹਾਂ ਪੈਦਾ ਹੁਆ ਥਾ, ਬੰਦਿਆਂ ਤੋਂ ਕੋਈ ਸ਼ੈ ਪੈਦਾ ਨਹੀਂ ਹੁੰਦੀ, ਬੀਬੀਆਂ ਦੇ ਪੈਦਾ, ਖੁਦਾ ਨੇ ਗਿਫਟ ਬੀਬੀਆਂ ਨੂੰ ਦਿੱਤਾ ਰੀਪਰੋਡਕਸ਼ਨ ਦਾ। Jerusalem share, binte Sayun, beti, feminist. That's why these people are being born to that city. So I got link with beti, dukhtar, feminist, and she's bearing child. हाँ जी, पढ़ो जरा हवाला 10 के अंकल जी। लो जी, जकरिया दूसरा बाब ओदी 10 ਤੋਂ 13 आयत तक मैं पढ़ांगा। हे सियोन दी धीए, जयकारा गज गजा ਅਤੇ ਆਨੰਦ ਹੋ, ਕਿਉਂ ਜੋ ਵੇਖ ਮੈਂ ਆ ਕੇ ਤੇਰੇ ਵਿੱਚ ਵਸਾਂਗਾ। ਯਹੋਵਾ ਦਾ ਵਾਕ ਹੈ, ਉਸ ਸਮੇਂ ਬਹੁਤ ਸਾਰੀਆਂ ਕੌਮਾਂ ਯਹੋਵਾ ਨਾਲ ਮੇਲ ਕਰ ਲੈਣਗੀਆਂ ਅਤੇ ਉਹ ਮੇਰੀ ਪ੍ਰਜਾ ਹੋਣਗੀਆਂ, ਮੈਂ ਉਹਨਾਂ ਦੇ ਵਿੱਚ ਵਸਾਂਗਾ। ਤਦ ਤੂੰ ਜਾਣੇਗੀ ਕਿ ਸੈਨਾ ਦੇ ਯਹੋਵਾ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ। ਯਹੋਵਾ ਯਹੂਦਾ ਨੂੰ ਪਵਿੱਤਰ ਭੂਮੀ ਉੱਤੇ ਆਪਣੀ ਮਿਲਕ ਦਾ ਹਿੱਸਾ ਠਹਿਰਾਵੇਗਾ ਅਤੇ ਯਰੂਸ਼ਲਮ ਨੂੰ ਫੇਰ ਚੁਣੇਗਾ। ਇਹ ਸਾਰੇ ਬਸ਼ਰੋ ਯਹੋਵਾ ਦੇ ਅੱਗੇ ਚੁੱਪ ਹੋ ਜਾਓ, ਕਿਉਂ ਜੋ ਉਹ ਆਪਣੇ ਪਵਿੱਤਰ ਸਥਾਨ ਤੋਂ ਜਾਗ ਉੱਠਿਆ ਹੈ। ਓਕੇ ਜੀ, ਇੰਟਰਸਟਿੰਗਲੀ ਯਰੂਸ਼ਲਮ ਐਜ਼ ਅ ਮਦਰ ਨੇਸ਼ਨ, ਨਾ ਸਿਰਫ ਮਦਰ ਨੇਸ਼ਨ ਹੈ ਬਲਕਿ ਆਂਢ ਗੁਆਂਢ ਦੀਆਂ ਕੌਮਾਂ ਵੀ ਕੀ ਕਰਨਗੀਆਂ, ਉਹ ਵੀ ਇਹਦੇ ਵੱਲ ਧਿਆਨ ਕਰਨਗੀਆਂ, ਉਹ ਵੀ ਇਸ ਪਾਸੇ ਲਾਉਣਗੇ, ਠੀਕ ਹੈ। ਅੱਛਾ, ਨਾਓ ਜਦੋਂ ਕਹਿੰਦਾ ਨਾ ਜੀ ਕਿ ਇਹ ਉਸकी ਬੁਨਿਆਦ, ਫਾਊਂਡੇਸ਼ਨ ਜਿਹੜੀ ਹੈ ਮੁਕੱਦਸ ਪਹਾੜ ਤੇ ਨਾ, ਵਾਟ ਦ ਮੀਨਿੰਗ ਆਫ ਫਾਊਂਡੇਸ਼ਨ, ਉਹਦੀ ਬੁਨਿਆਦ ਕੀ ਹੈ। ਸੋ ਅਸੀਂ ਵੇਖਦੇ ਹਾਂ ਕਿ ਖੁਦਾ ਨੇ ਜਦੋਂ ਆਪਣਾ ਨੈਰੇਟਿਵ, ਆਪਣੀ ਸਟੋਰੀ, ਸਾਲਵਿਫਿਕ ਸਟੋਰੀ ਜਦੋਂ ਸ਼ੁਰੂ ਕੀਤੀ ਹੈ, ਇਹ ਪਹਾੜਾਂ ਦੇ ਵਿੱਚੋਂ ਖੁਦਾ, ਅਸੀਂ ਪਹਾੜ ਗੱਲ ਕਰ ਚੁੱਕੇ ਹਾਂ, ਵੱਡੇ ਪਹਾੜ, ਛੋਟੇ ਪਹਾੜ ਸਾਰੇ ਮੈਂ ਡਿਸਕਸ ਕਰ ਚੁੱਕਿਆ ਵਾਂ। ਲੇਕਿਨ ਤੁਸੀਂ ਵੇਖੋ ਕਿ ਸਟੋਰੀ ਜਿਹੜੀ ਹੈ ਸਾਰਿਆਂ ਨਾਲੋਂ ਪਹਿਲਾਂ ਪੈਦਾਇਸ਼ ਦੀ ਕਿਤਾਬ ਦੇ ਵਿੱਚ ਮਲਕੇ ਸਦਕੇ ਸਾਲਮ ਦਾ ਬਾਦਸ਼ਾਹ ਜਿਹੜਾ ਮੈਲਖਿਜ਼ੈਦਕ, ਠੀਕ ਹੈ, ਉਹ ਇੱਥੇ ਆਇਆ। ਉਹਦੇ ਬਾਅਦ ਇਬਰਾਹਿਮ ਜਿਹੜਾ ਸੀ, ਉਹਨਾਂ ਨੇ ਇਜ਼ਾਕ ਦੀ ਕੁਰਬਾਨੀ ਐਸੇ ਪਹਾੜ ਤੇ, ਤਾਰੀਖਦਾਨ ਹਿਸਟੋਰੀਅਨ ਇਸ ਗੱਲ ਤੇ ਐਗਰੀ ਨੇ। ਉਹਦੇ ਬਾਅਦ ਦਾਊਦ ਬਾਦਸ਼ਾਹ ਨੇ ਸ਼ਹਿਰ ਨੂੰ ਫਤਹ ਕੀਤਾ, ਆਪਣਾ ਤਖਤ ਔਰ ਖੈਮਾ ਇੱਥੇ ਲਾਇਆ, ਔਰ ਉਹਦੇ ਬਾਅਦ ਸੁਲੇਮਾਨ ਨੇ ਹੈਕਲ ਬਣਾਈ, ਔਰ ਸਾਰੀਆਂ ਕੁਰਬਾਨੀਆਂ ਔਰ ਸਾਰੇ ਕਾਹਨ ਔਰ ਸਾਰੀ ਇਬਾਦਤ ਜਿੰਨੀ ਸੀ, ਜੂਇਸ਼ ਟੈਂਪਲ, ਪੂਰੀ ਜੂਇਸ਼ ਲਾਈਫ ਦਾ ਸੈਂਟਰਲ ਫੋਕਸ ਜਿਹੜਾ ਸੀ ਨਾ, ਹਾਰਟ ਬੀਟ ਜਿਹੜੀ ਸੀ, ਠੀਕ ਹੈ ਨਾ, ਉਹ ਯਰੂਸ਼ਲਮ ਸ਼ਹਿਰ। ਇਸੇ ਲਈ ਬਨੀ ਇਸਰਾਇਲ ਕੌਮ ਜਾਂ ਜੂਇਸ਼ ਰੈਬਾਈਸ ਉਹ ਇਹ ਕਹਿੰਦੇ ਨੇ ਕਿ ਜੀ ਯਰੂਸ਼ਲਮ ਇਜ਼ ਅ ਸੈਂਟਰ ਆਫ ਦ ਵਰਲਡ। ਪਤਾ ਨਹੀਂ ਜਿਓਗ੍ਰਾਫਿਕਲੀ, ਸਾਇੰਟਿਫਿਕਲੀ ਇਹ ਗੱਲ ਕਿੰਨੀ ਕੁ ਦਰੁਸਤ ਹੈ, ਦੇ ਕੰਸੀਡਰ ਇਟ। ਉਹਨਾਂ ਦੀ ਵਜ੍ਹਾ ਕੀ ਹੈ? ਕਿਉਂਕਿ ਖੁਦਾ ਨੇ ਸ਼ਰੀਅਤ ਜਿਹਦੇ ਵਸੀਲੇ ਖੁਦਾ ਸਾਰੀ ਕਾਇਨਾਤ ਬਣਾਈ, ਖੁਦਾ ਦਾ ਕਲਾਮ, ਕਲਮਾ ਜਿਹੜਾ ਸੀ, ਉਹ ਖੁਦਾ ਨੇ ਸ਼ਰੀਅਤ ਇੱਥੇ ਦਿੱਤੀ ਆ ਕੇ। So that's why this is the center of the world, ਕਿ ਬਾਕੀ ਸਾਰੇ ਚੀਜ਼ਾਂ ਦੇ ਆਲੇ ਦੁਆਲੇ ਫਿਰਦੀਆਂ ਨੇ, ਠੀਕ ਹੈ। So that's the idea. So ਇਸ ਲਈ ਅਸੀਂ ਵੇਖਦੇ ਕਿ ਦੀ ਹਿਸਟਰੀ ਇੱਕ ਸ਼ਹਿਰ ਦੀ, ਯਰੂਸ਼ਲਮ ਦੀ ਔਰ ਕੋਹ ਸਯੂਨ। ਸੋ ਜਿਵੇਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਪੋਲੀਟੀਕਲ,
spiritual, religious, ceremonial, each and everything ਜਿਹੜੀ ਹੈ ਉਹ ਯਰੂਸ਼ਲਮ ਸ਼ਹਿਰ ਦੇ ਗਿਰਦ ਘੁੰਮਦੀ ਹੈ। ਇਸ ਲਈ ਵੇਖੋਗੇ ਕਿ ਖੁਦਾਵੰਦ ਯਿਸੂ ਮਸੀਹ ਦੀ ਮਿਨਿਸਟਰੀ ਦਾ 70 to 80% ਬਲਕਿ 90% ਯਿਸੂ ਮਸੀਹ ਦੀ ਖਿਦਮਤ ਜਿਹੜੀ ਹੈ ਕਿੱਥੋਂ ਦੀ ਰਹੀ ਹੈ? ਆਲੇ ਦੁਆਲੇ ਯਰੂਸ਼ਲਮ ਦੇ ਵਿੱਚ। ਯਰੂਸ਼ਲਮ ਦੇ ਇਬਾਦਤਾਂ, ਜ਼ਿਆਰਤਾਂ ਔਰ ਹੈਕਲ ਔਰ ਉਥੋਂ ਦਾ ਸਿਸਟਮ ਔਰ ਕਾਹਨ ਔਰ ਲਾਵੀ ਔਰ ਸਾਰੇ ਈਵਨ ਖੁਦਾਵੰਦ ਯਿਸੂ ਮਸੀਹ ਜਿਹੜੇ ਨੇ ਉਹਨਾਂ ਦੀ ਜਾਨ ਵੀ, ਉਹਨਾਂ ਤੇ ਮੁਕੱਦਮਾ ਵੀ ਐਸੇ ਸ਼ਹਿਰ ਚ ਰਿਹਾ, ਔਰ ਯਿਸੂ ਮਸੀਹ ਨੂੰ ਸਲੀਬ ਵੀ ਐਸੇ ਸ਼ਹਿਰ ਦੇ ਲੋਕਾਂ ਨੇ ਔਰ ਉਥੋਂ ਦੀ ਗੌਰਮੈਂਟ ਨੇ ਦਿੱਤੀ। ਮਤਲਬ ਅੰਦਾਜ਼ਾ ਲਾਓ ਇੰਨੀ ਮੁਹੱਬਤ। ਉਹ ਫਿਲਮ ਆਈ ਸੀ ਨਾ ਦੇਵਦਾਸ, ਕਿੰਨੇ ਵੇਖੀ ਸੀ? ਦੇਵਦਾਸ ਵੇਖੀ ਸੀ ਕਿ ਨਹੀਂ? ਅੰਕਲ ਨੇ ਵੇਖੀ ਹੋਣੀ? ਨਹੀਂ ਮੈਂ ਨਹੀਂ ਵੇਖੀ ਹੋਣੀ ਨਹੀਂ। ਅੱਛਾ, ਦੇਵਦਾਸ ਫਿਲਮ ਵਿੱਚ ਨਾ ਉਹਦਾ ਦੇਵਦਾਸ ਹੁੰਦਾ ਵੇ, ਮੈਂ ਨਵੀਂ ਫਿਲਮ ਦੀ ਗੱਲ ਕਰਨਾ, ਸ਼ਾਹਰੁਖ ਖਾਨ ਜਿਹਦੇ ਚ ਹੁੰਦਾ ਵੇ, ਉਹ ਪਤਾ ਆਖਰ ਜਾ ਕੇ ਜਾਨ ਕਿੱਥੇ ਦਿੰਦਾ ਵੇ, ਕਿੱਥੇ ਮਰਦਾ? ਨਹੀਂ ਯਾਦ? ਫਿਲਮ ਨਹੀਂ ਯਾਦ? ਲਓ ਚੰਗੀ ਗੱਲ ਹੈ, ਓਕੇ ਖੈਰ। ਸੋ ਦੇਵਦਾਸ ਜਿਹੜਾ ਵੇ ਉਹ ਪਾਰਵਤੀ, ਪਤਾ ਨਹੀਂ ਪਾਰਵਤੀ ਨਾਮ ਦਾ ਹੀਰੋਇਨ ਦਾ ਵਾਟਐਵਰ, ਲੇਕਿਨ ਉਹ ਚੂੰਕਿ ਉਹਦਾ ਬਚਪਨ ਦਾ ਪਿਆਰ ਹੁੰਦਾ ਵੇ, ਸ਼ਾਦੀ ਕਿਤੇ ਹੋਰ ਹੋ ਜਾਂਦੀ ਹੈ ਉਹਦੀ ਵਜ੍ਹਾ, ਲੇਕਿਨ ਹੀ ਡਾਈਡ ਐਟ ਦਾ ਡੋਰ ਆਫ ਦਾ ਪਾਰਵਤੀ। ਓਕੇ, ਨਾਓ ਆਈ ਐਮ ਰਿਲੇਟਿੰਗ ਦਿਸ ਕਿ ਯਰੂਸ਼ਲਮ ਸ਼ਹਿਰ ਯਹੂਦੀਆਂ ਵਾਸਤੇ ਇੰਝ ਹੀ ਹੈ, ਠੀਕ ਹੈ, ਕਿ ਉਹ ਸ਼ਹਿਰ ਤੇ ਜਾਨ ਛਿੜਕਦੇ ਨੇ। ਮਤਲਬ ਉਹ ਸ਼ਹਿਰ ਉਹਨਾਂ ਦੀ ਜ਼ਿੰਦਗੀ, ਉਹਨਾਂ ਦੀ ਲਾਈਫ, ਉਹਨਾਂ ਦੀ ਸੋਚ ਔਰ ਖਿਆਲ ਦਾ ਮਹਿਵਰ ਔਰ ਮਰਕਜ਼ ਹੈ, ਠੀਕ ਹੈ। ਇਸ ਲਈ ਦੇ ਬੋਸਟ ਅਬਾਊਟ ਦਾ ਸਿਟੀਜ਼ਨਸ਼ਿਪ ਆਫ ਦਾ ਜਰੂਸਲਮ, ਠੀਕ ਹੈ। ਤੁਸੀਂ ਵੇਖੋਗੇ ਨਾ ਸਾਡੇ ਇੰਡੀਆ ਪਾਕਿਸਤਾਨ ਤੋਂ ਲੋਕ ਇੰਨੇ ਪੈਸੇ 25-30 ਲੱਖ ਦੇ ਕੇ ਜਾਨਾਂ ਗਵਾ ਕੇ ਵਿਚਾਰੇ ਪਤਾ ਨਹੀਂ ਕਿਹੜੇ ਰਾਈ ਆਉਂਦੇ ਨੇ ਤਾਂ ਕਿ ਸਾਨੂੰ ਇਹਨਾਂ ਮੁਲਕਾਂ ਦੀ, ਯੂਰਪੀਅਨ ਕੰਟਰੀਜ਼ ਦੀ ਜਾਂ ਐਸਟੈਬਲਿਸ਼ ਕੰਟਰੀਜ਼ ਦੀ ਕੀ ਮਿਲ ਜਾਏ? ਸਾਨੂੰ ਸਿਟੀਜ਼ਨਸ਼ਿਪ, ਸਾਡੇ ਕੋਲ ਪਾਸਪੋਰਟ ਆ ਜਾਏ ਉਸ ਕੰਟਰੀ ਦਾ। ਉਹਦੀ ਵਜ੍ਹਾ ਕੀ ਹੈ? ਤਾਂ ਕਿ ਜਦੋਂ ਅਸੀਂ ਟਰੈਵਲ ਕਰੀਏ, ਜਦੋਂ ਅਸੀਂ ਬਾਕੀ ਮੁਲਕਾਂ ਜਾਈਏ, ਸਾਨੂੰ ਇੱਜ਼ਤ ਮਿਲੇ, ਸਾਨੂੰ ਲੋਕ ਤਤਕਾਰਨ ਨਾ, ਸਾਡੀ ਵੈਲਿਊ ਹੋਏ ਐਜ਼ ਅ ਹਿਊਮਨ, ਸਾਨੂੰ ਜਿਹੜਾ ਨਾ ਉਹ ਐਕਸੈਪਟ ਕੀਤਾ ਜਾਏ ਕੰਪੇਅਰ ਟੂ ਸਾਡੇ ਆਪਣੇ ਮੁਲਕਾਂ ਜੋ ਆਉਂਦੇ ਨੇ ਕਿ ਸਾਨੂੰ ਲੋਕੀ ਐਕਸੈਪਟ ਨਹੀਂ ਕਰਦੇ। ਸੋ ਦੇ ਫਾਈਂਡ ਆਊਟ ਦ ਬੋਸਟ ਅਬਾਊਟ ਦ ਸਿਟੀਜ਼ਨਸ਼ਿਪ ਆਫ ਥੀਸ ਪਾਵਰਫੁਲ ਵੈਸਟਰਨ ਐਸਟੈਬਲਿਸ਼ਡ ਕੰਟਰੀਜ਼। ਸੋ ਦੈਟਸ ਦ ਸੇਮ। ਲੇਕਿਨ ਉੱਥੇ ਦਿਲਚਸਪ ਗੱਲ ਹੈ ਵੇ, ਯਰੂਸ਼ਲਮ ਜਿਹੜਾ ਸ਼ਹਿਰ ਹੈ ਨਾ ਤਾਂ ਉਹਦੇ ਵਿੱਚੋਂ ਕੋਈ ਦਰਿਆ ਨਿਕਲਦਾ, ਠੀਕ ਹੈ। ਅੱਛਾ, ਨਾ ਉੱਥੇ ਕੋਈ ਬੜਾ ਮੋਨੂਮੈਂਟਲ, ਵੇਖੋ ਨਾ, ਅਗਰ ਅਸੀਂ ਦੁਨੀਆ ਦੇ ਚੰਦ ਇੱਕ ਸ਼ਹਿਰਾਂ ਦਾ ਨਾਂ ਲਈਏ, ਠੀਕ ਹੈ ਨਾ, ਔਰ ਲੋਕੀ ਜਿਹੜੇ ਸ਼ਹਿਰਾਂ ਤੇ ਫਖਰ ਕਰਦੇ ਨੇ, ਕੀ ਖਿਆਲ ਹੈ? ਕੋਈ ਮੈਨੂੰ ਇੱਕ ਦੋ ਦੁਨੀਆ ਦੇ ਸ਼ਹਿਰਾਂ ਦੇ ਨਾਂ ਦੱਸੋ ਜਿਹੜੇ ਮਸ਼ਹੂਰ ਨੇ ਆਪਣੇ ਕਿਸੇ ਵਜ੍ਹਾ ਤੋਂ, ਕੀ ਖਿਆਲ ਹੈ? ਨਿਊਯਾਰਕ, ਲੰਡਨ। ਰੀਜ਼ਨ ਕੀ ਹੈ? ਟੂਰਿਸਟ ਲੋਕੇਸ਼ਨਸ, ਕਿ ਉੱਥੇ ਕਾਫੀ ਦੁਨੀਆ ਜਾਂਦੀ ਹੈ। ਲੰਡਨ, ਬਿਗ ਬੇਅਰ, ਕਾਫੀ ਹਿਸਟਰੀ ਹੈ ਉੱਥੇ। ਓਕੇ, ਨਿਊਯਾਰਕ ਹੈ ਆਪਣਾ, ਸਾਡਾ ਲਾਸ ਐਂਜਲਸ ਹੈ, ਠੀਕ ਹੈ ਨਾ। ਉਹਦੀ ਵਜ੍ਹਾ ਕੀ ਜੀ? ਹਾਲੀਵੁੱਡ ਇੱਥੇ ਜਨਾਬ, ਪੂਰੀ ਦੁਨੀਆ ਦੀ ਮੂਵੀਜ਼ ਔਰ ਵੈਲ, ਠੀਕ ਨਾ। ਲਾਸ ਵੇਗਸ ਜਨਾਬ ਹੈ ਕੈਲੀਫੋਰਨੀਆ, ਔਰ ਜਨਾਬ ਸਿਲੀਕਨ ਵੈਲੀ ਇੱਥੇ ਵੀ, ਮਤਲਬ ਦੇयर ਆਰ ਸਰਟਨ ਰੀਜ਼ਨ ਨਾ ਉਹਦੀ ਮਸ਼ਹੂਰੀ ਹੈ। ਯਰੂਸ਼ਲਮ ਦੀ ਗੱਲ ਕਰੀਏ, ਸਵਾਏ ਹੈਕਲ ਦੇ ਤੇ ਬਾਦਸ਼ਾਹ ਦੇ ਤਖਤ ਦੇ, ਉਹਦੀ ਨੈਚੁਰਲ ਬਿਊਟੀ ਕੋਈ ਵੀ ਨਹੀਂ ਹੈ, ਠੀਕ ਹੈ ਨਾ। ਸਵਾਏ ਦੇ ਕੇ ਉਹਦੀ ਇੱਕ ਹਿਸਟਰੀ ਹੈ ਔਰ ਰਿਲੀਜੀਅਸਲੀ ਔਰ ਹਿਸਟੋਰੀਕਲੀ ਦੈਟਸ ਅ ਪਾਵਰਫੁਲ ਸਿਟੀ। ਔਰ ਸ਼ਰੀਅਤ ਖੁਦਾ ਦੀ ਉੱਥੇ, ਖੁਦਾ ਦਾ ਤਖਤ ਉੱਥੇ ਲੱਗਦਾ ਸੀ, ਖੁਦਾ ਦੀ ਹੈਕਲ ਉੱਥੇ ਸੀ। ਲੇਕਿਨ ਦਿਲਚਸਪ ਗੱਲ ਹੈ ਕਿ ਸਿਯੋਨ ਨੂੰ, ਇਸ ਪਹਾੜ ਨੂੰ ਕੰਪੈਰੀਜ਼ਨ ਕੀਤਾ ਪੌਲੁਸ ਰਸੂਲ ਨੇ ਕੋਹੇ ਸੇਨਾ ਦੇ ਨਾਲ, ਜਿੱਥੇ ਸ਼ਰੀਅਤ ਦਿੱਤੀ ਗਈ ਸੀ, ਓਕੇ, ਔਰ ਸਿਯੋਨ ਦੇ ਨਾਲ। ਔਰ ਵੇਖੋ ਪੌਲੁਸ ਰਸੂਲ ਇਹਨਾਂ ਦੋਵਾਂ ਪਹਾੜਾਂ ਦੀ ਵੰਡ ਕਿਵੇਂ ਕਰਦਾ ਵੇ। ਜ਼ਰਾ ਕੱਢਿਓ ਜੀ ਗਲਤੀਆਂ, 4 ਬਾਬ 26 ਤੇ 28 ਆਇਤ ਪੜ੍ਹਿਓ ਜੀ ਜ਼ਰਾ। ਪਰ ਉੱਪਰ ਸਵਰਗ ਵਿਚਲਾ ਯਰੂਸ਼ਲਮ ਆਜ਼ਾਦ ਹੈ ਅਤੇ ਉਹ ਸਾਡੀ ਮਾਂ ਹੈ। ਧਰਮ ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਹੈ, ਹੇ ਬਾਂਝ, ਬੇਸ਼ੱਕ ਤੂੰ ਕਦੀ ਜਨਮ ਨਾ ਦਿੱਤਾ, ਪਰ ਫਿਰ ਵੀ ਤੂੰ ਆਨੰਦ ਮਨਾ। ਤੂੰ ਪ੍ਰਸਤੁਤ ਪੀੜਾਂ ਤੋਂ ਅਣਜਾਣ ਹੈ, ਉੱਚੀ ਦਿੱਤੀ ਪੁਕਾਰ ਕੇ ਆਨੰਦ ਮਨਾ, ਕਿਉਂਕਿ ਭਾਗਵਾਨ ਪਤੀ ਵਾਲੀ ਨਾਲੋਂ ਅਭਾਗਣ ਦੀ ਸੰਤਾਨ ਅਧਿਕ ਹੈ। ਥੈਂਕ ਯੂ ਜੀ। ਸੋ ਪੌਲੁਸ ਰਸੂਲ ਇੱਥੇ ਜ਼ਿਕਰ ਕਰਦਾ ਹੈ ਕੋਹੇ ਸੇਨਾ ਦਾ, ਜਿੱਥੇ ਸ਼ਰੀਅਤ ਦਿੱਤੀ ਗਈ ਸੀ। ਅਗਰ ਪਿਛਲੀਆਂ 2-3 ਆਇਤਾਂ ਪੜੋਗੇ ਨਾ, 22-23 ਆਇਤਾਂ, ਉੱਥੇ ਉਹ ਕਹਿੰਦਾ ਵੇ ਕਿ ਜੀ ਜਿਹੜਾ ਸੇਨਾ ਦੀ ਸ਼ਰੀਅਤ ਸੀ ਉਹ ਹਾਜਰਾ ਨੂੰ ਤੇ ਸਾਰਾ ਨੂੰ, ਅਬਰਾਹਮ ਦੀ ਦੋਵੇਂ ਬੀਵੀਆਂ ਜਿਹੜੀਆਂ ਸਨ, ਅਬਰਾਹਮ ਆਪਣਾ ਸਾਰਾ ਔਰ ਹਾਜਰਾ ਦਾ ਕੰਪੈਰੀਜ਼ਨ ਦਿੰਦਾ ਵੇ, ਔਰ ਉਹਨਾਂ ਨੂੰ ਪਹਾੜਾਂ ਦੇ ਨਾਲ ਤਸ਼ਬੀਹ ਦਿੰਦਾ ਵੇ, ਠੀਕ ਹੈ। ਇੱਕ ਸਿਯੋਨ ਤੇ ਜਿਹੜੀ ਸ਼ਰੀਅਤ ਦਿੱਤੀ, ਆਪਣਾ ਸੇਨਾ ਨੇ ਦਿੱਤੀ ਗਈ, ਲਾਅ ਦਿੱਤਾ ਗਿਆ ਸ਼ਰੀਅਤ, ਔਰ ਦੂਸਰੀ ਜਿਹੜੀ ਸੀ ਯਰੂਸ਼ਲਮ ਦਾ ਜ਼ਿਕਰ, ਠੀਕ ਹੈ। ਲੇਕਿਨ ਉਹ ਅੱਗੋਂ ਨਵੇਂ ਯਰੂਸ਼ਲਮ ਦਾ ਜ਼ਿਕਰ ਕਰਦਾ ਵੇ, ਆਂਦਾ ਜੀ ਕਿ ਉਹ ਨਵਾਂ ਯਰੂਸ਼ਲਮ ਜਿਹੜਾ ਵੇ ਉਹ ਕਲੀਸਿਆ ਵੇ ਔਰ ਉਹ ਆਜ਼ਾਦ ਹੈ, ਠੀਕ ਹੈ।
ਸੋ ਬੀਇੰਗ ਅ ਕ੍ਰਿਸਚੀਅਨ ਹੁੰਦਿਆਂ ਜਦੋਂ ਅਸੀਂ ਪਹਾੜ ਤੇ ਔਰ ਜਦੋਂ ਅਸੀਂ ਖੁਦਾਵੰਦ ਦੇ ਪਹਾੜ ਨੂੰ ਗੌਰ ਕਰਨੇ ਆ, ਜਦੋਂ ਅਸੀਂ ਖੁਦਾ ਦੇ ਸ਼ਹਿਰ ਤੇ ਗੌਰ ਕਰਨੇ ਆ, that is not a physical Jerusalem in Palestine. Okay, ਪੌਲੁਸ ਰਸੂਲ ਕਹਿੰਦਾ ਵੇ ਕਿ ਕ੍ਰਿਸਚੀਅਨ ਹੁੰਦਿਆਂ ਆ ਜਿਹੜਾ ਨਵਾਂ ਸ਼ਹਿਰ ਯਰੂਸ਼ਲਮ ਹੈ ਉਹ ਅਸਮਾਨ ਤੇ ਵੀ ਔਰ ਉਹ ਆਜ਼ਾਦ ਹੈ ਔਰ ਉਹ ਕਲੀਸਿਆ ਵੇ, ਠੀਕ ਹੈ। So that is a comparison ਜਿਹੜਾ ਕਿ ਕ੍ਰਿਸਚੀਅਨ ਔਰ ਜੂਇਸ਼ ਪਰਸਪੈਕਟਿਵ ਨੂੰ ਕੀ ਕਰ ਦਿੰਦਾ ਵੇ, ਫਰਕ ਕਰ ਦਿੰਦਾ ਵੇ। ਨਾਓ ਅੱਗੇ ਅਸੀਂ ਬਣਿਆ ਜੀ ਕਿ ਤੀਸਰੀ ਆਇਤ ਵਿੱਚ ਕਹਿੰਦਾ ਜੀ ਕਿ ਤੇਰੀ ਬੜੀ ਬੜੀ ਖੂਬੀਆਂ, ਮਤਲਬ ਤੇਰੀਆਂ ਖੂਬੀਆਂ ਬਿਆਨ ਕੀਤੀਆਂ ਜਾਂਦੀਆਂ ਨੇ ਕਿ ਤੇਰੀ ਗਲੋਰੀਅਸ ਜਿਹੜੀ ਸਟੋਰੀਜ਼ ਨੇ, ਠੀਕ ਹੈ, ਉਹ ਲੋਕੀ ਬਿਆਨ ਕਰਦੇ ਨੇ। ਔਰ ਉਹਦੀ ਵਜ੍ਹਾ ਕੀ ਹੈ? ਉਹ ਕਹਿੰਦਾ ਵੇ ਕਿ ਜੀ ਲੋਕੀ ਜਾਂ ਕੌਮਾਂ, ਜਿਵੇਂ ਅਸੀਂ ਜ਼ਕਰੀਆ ਕੀ ਪੜਿਆ ਵੇ, ਜਸਾਇਆ ਵੀ ਕਹਿੰਦਾ ਵੇ, ਔਰ ਬਾਕੀ ਸਾਰਾ ਅਸੀਂ ਪੜ੍ਹਨੇ ਆ ਕਿ ਲੋਕਾਂ ਜਾਂ ਕੌਮਾਂ ਆਲੇ ਦੁਆਲੇ ਦੇ ਜਿੰਨੇ ਲੋਕ ਨੇ ਉਹਨਾਂ ਦੇ ਵਿੱਚੋਂ ਪਹਿਲਾ ਮੁਲਕ ਉਹ ਜ਼ਿਕਰ ਕਰਦਾ ਰਾਹਬ ਐਕਚੁਅਲੀ ਹੀ ਇਜ਼ ਰਿਫਰਿੰਗ ਟੂ ਦਾ ਇਜਿਪਟ, ਮਿਸਰ ਦਾ ਜ਼ਿਕਰ ਕੀਤਾ ਗਿਆ, ਠੀਕ ਹੈ। ਬੈਬੀਲੋਨ ਅੱਜ ਦਾ ਇਰਾਕ, ਉਹਦੇ ਬਾਅਦ ਫਲਸਤੀਨ ਅੱਜ ਦਾ ਪੂਰਾ ਸੀਰੀਆ ਔਰ ਸ਼ਾਮ ਔਰ ਉਹ ਵਾਲਾ ਏਰੀਆ ਜਿਹੜਾ ਵੇ ਸੂਰ ਜਿਹੜਾ ਸੀਰੀਆ ਆ ਗਿਆ। ਕੁਸ਼ ਇਟਸ ਐਨ ਐਥੋਪੀਆ, ਅਫਰੀਕਾ, ਠੀਕ ਹੈ। ਤੁਸੀਂ ਵੇਖੋਗੇ ਕਿ ਜਿੰਨਾ ਲਿਵਾਂਤ ਜਿਹੜਾ ਪੂਰਾ ਜਿਓਗ੍ਰਾਫੀਕਲ ਜਿਨ੍ਹਾਂ ਨੂੰ ਲਿਵਾਂਤ ਦਾ ਪਤਾ ਵੇ, ਉਹਦੇ ਚ ਸਾਰੇ ਮਿਡਲ ਈਸਟਰਨ ਔਰ ਉਹਦੇ ਬਾਅਦ ਸਾਰੇ ਅਫਰੀਕਾ ਤੱਕ ਦਾ ਜਿਹੜਾ ਵੇ ਨਾ ਪੂਰਾ ਉੱਥੋਂ ਦਾ ਨਕਸ਼ਾ ਵੇ। ਔਰ ਸਾਰੇ ਜਿੰਨੇ ਮੁਲਕ ਸਨ ਇਹ ਸਾਰੇ ਇਸਰਾਇਲ ਦੇ ਪੜੋਸੀ ਮੁਲਕ ਸਨ, ਠੀਕ ਹੈ। ਤੁਹਾਨੂੰ ਮੈਂ ਇੱਥੇ ਇੱਕ ਹੋਰ ਹਿਸਟਰੀ ਦਾ ਲੈਸਨ ਦੇ ਦੇਵਾਂ। ਦਿਲਚਸਪ ਗੱਲ ਹੈ ਇਹਦੇ, ਇਸ ਕ੍ਰਿਸਚੀਅਨ ਹਿਸਟਰੀ ਦੇ ਵਿੱਚ ਪਹਿਲੀ ਗਵਰਨਮੈਂਟ, ਬੰਦੇ ਨਹੀਂ, ਕੌਮ ਨਹੀਂ, ਪਹਿਲੀ ਸਲਤਨਤ, ਪਹਿਲੀ ਗਵਰਨਮੈਂਟ ਜਿਹੜੀ ਕ੍ਰਿਸਚੀਅਨ ਹੋਈ ਸੀ ਨਾ, that was African। ਰੋਮ ਤੇ ਜਾ ਕੇ 300 ਸਾਲ ਬਾਅਦ ਜਾ ਕੇ ਹੋਣ ਡਿਆ, ਫਸਟ ਸੈਂਚੁਰੀ, ਪਹਿਲੀ ਸਦੀ ਦੇ ਵਿੱਚ, ਠੀਕ ਹੈ। ਜਿਹੜੀਆਂ ਕ੍ਰਿਸਚੀਅਨ ਸਟੇਟ ਜਿਨ੍ਹਾਂ ਦੀ ਬਾਦਸ਼ਾਹ ਕ੍ਰਿਸਚੀਅਨ ਸਨ, ਜਿਨ੍ਹਾਂ ਦੀ ਪੂਰੇ ਸਿਸਟਮ ਪੂਰਾ ਕ੍ਰਿਸਚਨ ਆ ਬਾਈਬਲ ਦੀ ਬੁਨਿਆਦ ਤੇ ਹੀ, ਐਂਡ ਦੇ ਵਰ ਕ੍ਰਿਸਚਨਾਈਜ਼ਡ, ਦ ਫਸਟ ਵਨ ਫਰਮ ਅਫਰੀਕਾ। ਦੂਜੇ ਫਿਰ ਆਏ ਸਨ ਆਪਣਾ ਮਿਡਲ ਈਸਟਰਨ ਆ ਗਏ ਸਨ, ਫਿਰ ਹੋਰ ਬਾਕੀ ਦੂਜੇ ਕੰਟਰੀਜ਼ ਆਏ ਨੇ। ਰੋਮ ਜਾਂ ਵੈਸਟਰਨ ਵਰਲਡ ਤੇ ਬਹੁਤ ਦੇਰ 350-400 ਸਾਲ ਦੇ ਬਾਅਦ ਜਾ ਕੇ ਆਏ ਨੇ ਸਾਰੇ ਵੈਸਟਰਨ ਵਰਲਡ ਜਿਹੜੀ ਹੈ, ਠੀਕ ਹੈ। ਓਕੇ, ਨਾਓ ਵਾਟ ਇਜ਼ ਦਾ ਆਈਡੀਆ? ਉੱਥੇ ਉਹਨਾਂ ਦਾ ਜਿਹੜਾ ਕਨਸੈਪਟ ਕੀ ਹੈ, ਉਹ ਕੀ ਕਹਿਣਗੇ ਜੀ? ਇਥੋਪੀਅਨ ਜਿਹੜੇ ਲੋਕ ਨੇ, ਫਲਸਤੀਨ ਨੇ, ਸੂਰੀਅਨ ਨੇ, ਬੈਬੀਲੋਨੀਅਨ, ਇਜਿਪਸ਼ੀਅਨ, ਉਹ ਕੀ ਕਰਨਗੇ? ਉਹ ਕਹਿਣਗੇ ਕਿ ਬਈ ਇਹ ਮੇਰੇ ਜਾਣਨ ਵਾਲਿਆਂ ਵਿੱਚੋਂ ਹੈ। ਕਿਉਂਕਿ ਇਹ ਯਰੂਸ਼ਲਮ ਵਿੱਚ ਪੈਦਾ ਹੋਇਆ ਸੀ, ਠੀਕ ਹੈ। ਯਾਨੀ ਅੱਜ ਲੋਕੀ ਖਾਸ ਤੌਰ ਤੇ ਜਿਨ੍ਹਾਂ ਲੋਕਾਂ ਕੋਲ ਬਲੂ ਪਾਸਪੋਰਟ ਹੈ, ਠੀਕ ਹੈ ਨਾ, ਜਾਂ ਰੈੱਡ ਪਾਸਪੋਰਟ ਹੈ, ਜਾਂ ਜਿਨ੍ਹਾਂ ਦੇ ਕੋਲ ਪਾਸਪੋਰਟ ਹੈ, ਸਾਨੂੰ ਕਿੱਡਾ ਫਖਰ ਹੁੰਦਾ ਵੇ ਕਿ ਯਾਰ ਵੇਖੋ ਮੇਰੀ ਸਿਟੀਜ਼ਨਸ਼ਿਪ ਕਿੱਥੋਂ ਦੀ ਹੈ? ਅਮਰੀਕਾ ਦੀ ਹੈ ਜੀ, ਇੰਗਲੈਂਡ ਦੀ, ਠੀਕ ਹੈ। ਇਹ ਜਨਾਬ ਵੈਸਟਰਨ ਵਰਲਡ ਹੈ, ਮੇਰੇ ਕੋਲ ਆਸਟ੍ਰੇਲੀਅਨ ਪਾਸਪੋਰਟ। ਮਤਲਬ ਪਾਸਪੋਰਟ ਦੇ ਨਾਲ, ਪਾਸਪੋਰਟ ਦੇ ਪਿੱਛੇ ਕੀ ਐਕਚੁਅਲੀ? ਲੈਂਡ, ਉੱਥੋਂ ਦਾ ਮੁਲਕ, ਉੱਥੋਂ ਦੀ ਹਕੂਮਤ, ਉੱਥੋਂ ਦੀ ਸਿਟੀਜ਼ਨਸ਼ਿਪ ਜਿਹੜੀ ਹੈ ਨਾ, ਉਹ ਸਾਨੂੰ ਜਿਹੜੀ ਹੈ ਨਾ, ਉਹ ਕਈ ਵਾਰੀ ਸਾਨੂੰ ਟਿਕਣ ਵੀ ਨਹੀਂ ਦਿੰਦੀ। ਅਸੀਂ ਆਪਣੇ ਜਾ ਕੇ ਗਰੀਬ ਭੈਣਾਂ ਭਰਾਵਾਂ ਨੂੰ ਜਾ ਕੇ ਰੋਹ ਪਾਉਂਦੇ ਰਹਿੰਦੇ ਉਹਨਾਂ ਤੇ। ਖੈਰ ਐਨੀਵੇ, ਉਹ ਇੱਕ ਫਰਕ ਇਸ਼ੂ ਹੈ। ਲੇਕਿਨ ਬੋਸਟਿੰਗ ਔਨ ਅ ਸਿਟੀਜ਼ਨਸ਼ਿਪ, ਠੀਕ ਹੈ। ਅਸੀਂ ਤੁਸੀਂ ਜਿਹੜੇ ਇਹਨਾਂ ਮੁਲਕਾਂ 'ਚ ਰਹਿ ਰਹੇ ਨੇ, ਵੀ ਕੈਨ ਰਿਲੇਟ ਆਵਰਸੈਲਫ, ਠੀਕ ਹੈ। ਔਰ ਕਿ ਜੀ ਕਿਸੇ ਵੱਡੀ ਕੰਟਰੀ ਦੀ, ਮਸ਼ਹੂਰ ਕੰਟਰੀ ਦੀ, ਤਾਕਤਵਰ ਕੰਟਰੀ ਦੀ ਸਿਟੀਜ਼ਨਸ਼ਿਪ ਕੀ ਵੈਲਿਊ ਕਰਦੀ ਹੈ, ਠੀਕ ਹੈ। ਲੇਕਿਨ ਇੱਥੇ ਸਿਟੀਜ਼ਨਸ਼ਿਪ ਉਹ ਕਹਿਣ ਡਿਆ ਵੇ ਕਿ ਈਵਨ ਜਿਹੜੀਆਂ ਬਾਕੀ ਦੀਆਂ ਕੌਮਾਂ ਨੇ, ਜਿਹੜੀਆਂ ਮਿਲੀਟੈਂਸੀ, ਮਿਲੀਟੈਰਲੀ, ਜਿਹੜੇ ਇਕਨੋਮਿਕਲੀ, ਫਾਈਨੈਂਸ਼ੀਅਲੀ, geographically, they are more broader, they are more powerful, they are more bigger than Jerusalem। ਲੇਕਿਨ ਇਹਦੇ ਬਾਵਜੂਦ ਉਹ ਜਿੰਨੇ ਲੋਕ ਨੇ ਉਹ ਫਖਰ ਕਰਨਗੇ ਕਿ ਯਾਰ ਇਹ ਬੰਦਾ ਯਰੂਸ਼ਲਮ ਪੈਦਾ ਹੋਇਆ ਸੀ, ਠੀਕ ਹੈ ਨਾ। ਅੱਜ ਵੇਖੋ, ਤੁਹਾਨੂੰ ਸਾਦਾ ਜੀ ਮਿਸਾਲ ਦੇਣਾ, ਕਿੰਨੇ ਲੋਕ ਨੇ ਜਦੋਂ ਯਰੂਸ਼ਲਮ ਜਾਂਦੇ ਨੇ, ਕ੍ਰਿਸਚਨ ਲੋਕ ਜਿਹੜੇ ਨੇ, ਠੀਕ ਹੈ ਨਾ, ਉੱਥੋਂ ਦੇ ਵੀਡੀਓ, ਤਸਵੀਰਾਂ, ਆਇਲ, ਤੇਲ, ਪਾਣੀ ਤੇ ਸ਼ਾਲਾਂ ਤੇ ਪਤਾ ਨਹੀਂ ਕੀ ਲਿਆ ਕੇ ਲੋਕਾਂ ਨੂੰ ਫਿਰ ਕਹਿੰਦਾ ਵੇਖੋ ਮੈਂ ਤੁਹਾਡਾ ਲੈ ਕੇ ਆਇਆ। ਉਹਦੇ ਪਿੱਛੇ ਰੀਜ਼ਨ ਕੀ ਹੈ? ਵਾਈ? ਯਰੂਸ਼ਲਮ ਦੀ ਕਿਹੜੀ ਹੈਸੀਅਤ ਹੈ? ਦ ਸਪਿਰਿਚੁਅਲ ਪਾਵਰ ਆਫ ਜੈਰੂਸਲਮ, ਠੀਕ ਹੈ। ਔਰ ਇਹ ਕੌਮਾਂ ਜਿਹੜੀਆਂ ਨੇ, ਇੱਥੇ ਖੁਦਾ ਦਾ ਗਲੋਬਲ ਵਿਜ਼ਨ ਵੇਖੋ ਕਿ ਜਿਹੜੀਆਂ ਕੌਮਾਂ ਆਲੇ ਦੁਆਲੇ ਯਰੂਸ਼ਲਮ ਦੀਆਂ ਦੁਸ਼ਮਣ ਸਨ, ਜਿਹੜੇ ਹਮਲੇ ਕਰਦੀਆਂ ਹਨ, ਜਿਹੜੇ ਅਟੈਕ ਕਰਦੀਆਂ ਹਨ, ਜਿਨ੍ਹਾਂ ਨੇ ਹੈਕਲ ਤਬਾਹ ਬਰਬਾਦ ਕਰ ਦਿੱਤੀ, ਜਿਨ੍ਹਾਂ ਨੇ ਮਿਸਰ ਨੇ ਕਿੰਨੀ ਵਾਰ ਹਮਲਾ ਕੀਤਾ, ਸੂਰ ਨੇ ਕਿੰਨੀ ਵਾਰ ਅਸੀਰ ਬਣਾਇਆ, ਫਲਸਤੀਨ ਨੇ ਕਿੰਨੀ ਵਾਰੀ ਕਤਲੋ ਗਾਰਤਗਤੀ ਕੀਤੀ ਯਰੂਸ਼ਲਮ ਦੇ ਉੱਤੇ। ਲਿਖਿਆ ਵੇ ਕਿ ਉਹਨਾਂ ਦੀ ਜਿਹੜੀ ਮਿਲੀਟੈਂਟ ਪਾਵਰ ਸੀ, that will transfer to ਮੈਂ ਇੱਕ ਲਫ਼ਜ਼ ਲਿਖਿਆ ਵੇ ਇੱਥੇ, ਮਿਸਟੀਕਲ ਪਿਲਗ੍ਰਿਮੇਜ, ਫਰੋਮ ਮਿਲੀਟੈਂਸੀ ਪਾਵਰ ਟੂ ਮਿਸਟੀਕਲ ਪਿਲਗ੍ਰਿਮੇਜ। ਯਾਨੀ ਉਹ ਆਪਣੀਆਂ ਤਲਵਾਰਾਂ ਤੇ ਭਾਲੇ ਤੇ ਹੰਸੂ ਉਹ ਦੁਸ਼ਮਣੀ ਦੀ ਬਜਾਏ ਕੀ ਕਰਨਗੇ? ਉਹ ਇੱਥੋਂ ਦੀ ਆ ਕੇ ਜ਼ਿਆਰਤਾਂ ਕਰਨਗੇ, ਇੱਥੋਂ ਦੀਆਂ ਆ ਕੇ ਉਹ ਲੋਕ ਜਿਹੜੇ ਨਾ ਉਹ ਇੱਥੋਂ ਦੀ ਬਰਕਤਾਂ ਹਾਸਲ ਕਰਨਗੇ। That's a radical transformation।
ਕਿ ਤੁਹਾਡੇ ਦੁਸ਼ਮਣ ਜਿਹੜੇ ਨੇ, ਆਂਢ ਗੁਆਂਢ ਜਿਹੜੇ ਤੁਹਾਨੂੰ ਜ਼ਿੰਦਾ ਰਹਿਣਾ ਨਹੀਂ ਵੇਖਣਾ ਪਸੰਦ ਕਰਦੇ, ਉਹ ਉਹਨਾਂ ਦੀ ਦੋਸਤੀ ਤੁਹਾਡੇ ਨਾਲ ਹੋ ਜਾਏ ਔਰ ਤੁਹਾਡੇ ਮੁਲਕ ਦੇ ਵਿੱਚ ਆਉਣਾ ਫਖਰ ਮਹਿਸੂਸ ਕਰਨ। ਸੋ ਦੈਟਸ ਦ ਆਈਡੀਆ। ਕਿਵੇਂ ਹੋਇਆ ਵੇ? that has been done by Jesus Christ। ਠੀਕ ਹੈ, ਕਿਉਂਕਿ ਪੋਲੀਟੀਕਲੀ ਐਂਡ ਰਿਲੀਜੀਅਸਲੀ ਜਿਊਸ਼ ਜਿਹੜੀ ਕੌਮ ਹੈ ਉਹ ਆਪਣੇ ਬਲੂ ਬਲੱਡ ਜਿਹੜਾ ਬਲੱਡ ਲਾਈਨ ਹੈ ਉਹਦੋਂ ਇਲਾਵਾ ਤੁਹਾਨੂੰ ਪਤਾ ਵੀ ਕੋਈ ਇੰਨਾ ਜ਼ਿਆਦਾ ਇੰਗੇਜ ਨਹੀਂ ਹੁੰਦੇ। ਠੀਕ ਹੈ, ਲੇਕਿਨ ਸਿਰਫ क्योंकि एक एंगल एक और 5वीं आयत के लिखा, बल्कि सयून के बारे कहा जाएगा फलां फलां आदमी उसमें पैदा हुए। ठीक है, सो दैट इज नॉट अबाउट अ फिजिकल बायोलॉजिकल बर्थ, इट इज अबाउट अ स्पिरिचुअल बर्थ ਜਿਹੜੀ ਕਿ ਨਵੇਂ ਸ਼ਹਿਰ ਯਰੂਸ਼ਲਮ ਦੇ ਵਿੱਚ ਕੀ ਹੋਈ ਹੈ, ਪੈਦਾ ਹੋਇਆ। ਜਿਹੜਾ ਸ਼ਖਸ ਜਿਹੜਾ ਯਿਸੂ ਮਸੀਹ ਦੇ ਵਸੀਲੇ ਨਵੇਂ ਯਰੂਸ਼ਲਮ ਤੇ ਕਲੀਸਿਆ ਦੇ ਵਿੱਚ ਜਿਹੜਾ ਪੈਦਾ ਹੋਇਆ ਵੇ, ਨਵੀਂ ਪੈਦਾਇਸ਼ ਦਾ ਜਿਹਨੂੰ ਐਕਸਪੀਰੀਅੰਸ ਹੋਇਆ ਵੇ, that is a person ਜਿਹਦੇ ਬਾਰੇ ਕਿਹਾ ਜਾਏਗਾ ਕਿ ਇਹ ਵੀ ਕ੍ਰਿਸਚੀਅਨ ਹੈ ਔਰ ਇਹ ਵੀ ਯਿਸੂ ਮਸੀਹ ਦਾ ਮੰਨਣ ਵਾਲਾ ਹੈ। ਠੀਕ ਹੈ, ਕਿਉਂਕਿ ਉਹਨੇ ਸਾਰੇ ਬਾਉਂਡਰੀਜ਼, ਉਹਨੇ ਸਾਰੀਆਂ ਜਿਹੜੀਆਂ ਕਲਚਰਲ ਬਾਉਂਡਰੀਜ਼ ਸਨ, ਲਿੰਗੁਇਸਟਿਕ ਬਾਉਂਡਰੀਜ਼ ਸਨ, ਉਹਨੇ ਕੀ ਕਰ ਦਿੱਤੀਆਂ ਨੇ, ਡ੍ਰੌਪ ਕਰ ਦਿੱਤੀਆਂ ਨੇ, ਸਾਰੀਆਂ ਡੇਗ ਦਿੱਤੀਆਂ। ਓਕੇ ਜੀ, ਤੀਸਰੀ ਜਿਹੜੀ ਇੰਪੋਰਟੈਂਟ ਚੀਜ਼ ਇਹਦੇ ਵਿੱਚ ਉਹ ਵੇ ਜਨਾਬ, ਅਸੀਂ ਬਰਥ ਰਾਈਟ ਤੋਂ ਨਿਕਲ ਆਏ ਹਾਂ। ਸੋ ਬਰਥ ਰਾਈਟ, ਸਿਟੀਜ਼ਨਸ਼ਿਪ, ਬਰਥ ਪਲੇਸ, ਮਿਲੀਟੈਂਸੀ ਚੇਂਜ ਹੋ ਗਈ ਹੈ, ਪਿਲਗ੍ਰਿਮੇਜ ਤੇ ਬਣ ਗਈ ਹੈ। ਤੀਸਰੀ ਜਿਹੜੇ ਬੜਾ ਇੰਪੋਰਟੈਂਟ ਇਹਦੇ ਵਿੱਚ ਨਾ ਆਸਪੈਕਟ ਹੈ ਉਹ ਵੇ कि खुदावंद कौमों के 6वीं आयत पढ़ लिया मैं, कौमों के शुमार के वक्त दर्ज करेगा कि ये शख्स वहां पैदा हुआ था। सिला मतलब दर्ज करने का मतलब है देयर इज अ बुक, ओके, देयर इज अ रजिस्टर, देयर इज अ सेंसस। पीछे कोई ना कोई ना हर साल अमेरिका ਜਿਹੜੀ गवर्नमेंट है हर 10 साल के बाद जाके सेंसस कर दी है। ठीक है, कि कितनी आबादी मर गई है, कितनी रह गई है, कि इसकी हिसाब किताब है। ठीक है, कितने लोगों को सैनिटाइज करना है, कितना निकलना है। एंड जी हर कंट्री ਜਿਹੜੀ ਹੈ ਉਹ 10 ਸਾਲ ਦੇ ਬਾਅਦ ਕੀ ਕਰਦੀ ਹੈ, ਆਪਣੀ ਸੈਂਸਸ ਕਰਦੀ ਹੈ। ਇੱਥੇ ਉਹ ਕਹਿੰਦਾ ਜੀ ਕਿ ਖੁਦਾ ਵੀ ਸੈਂਸਸ ਕਰਦਾ ਵੇ। ਓਕੇ, ਸੋ ਖੁਦਾ ਕੋਲ ਵੀ ਰਜਿਸਟਰ ਹੈ, ਖੁਦਾ ਕੋਲ ਵੀ ਦਫ਼ਤਰ ਹੈ, ਔਰ ਉਹ ਦਫ਼ਤਰ ਜਿਹੜਾ ਵੇ ਉਹ ਖੁਦਾ ਕਿਦੋਂ ਖੋਲਦਾ ਵੇ? ਦੋ ਤਰ੍ਹਾਂ ਦੇ ਦਫ਼ਤਰ ਨੇ ਜੀ, ਇੱਕ ਬੁੱਕ ਆਫ ਲਾਈਫ ਹੈ ਔਰ ਇੱਕ ਉਹ ਕਿਤਾਬ ਹੈ ਜਿਹਦੇ ਵਿੱਚ ਖੁਦਾ ਆਪਣੇ ਲੋਕਾਂ ਦੀਆਂ ਸਾਰੀਆਂ ਗੱਲਾਂ ਦਰਜ ਕਰਦਾ ਹੈ। ਜਿਵੇਂ ਯਾਦ ਕਰੋ, ਮੈਂ ਹਵਾਲਾ ਪੜਾਂਗਾ ਨਹੀਂ, ਮੈਂ ਤੁਹਾਨੂੰ ਦੱਸਣ ਲੱਗਾ ਵਾਂ, ਹਵਾਲਾ ਤੁਸੀਂ ਕੱਢ ਲਓ, ਮਲਾਕੀ, ਇੱਕ ਮਲਾਕੀ ਕੱਢ ਲਓ ਤੇ ਇੱਕ ਮੁਕਾਸ਼ਫਾ ਵਾਲਾ ਕੱਢ ਕੇ ਰੱਖੋ। ਉਹਨੇ ਚਿਰ ਤੱਕ ਮੈਂ ਤੁਹਾਨੂੰ ਦੱਸ ਦਵਾਂ, ਤੁਹਾਨੂੰ ਯਾਦ ਹੈ ਜਦੋਂ ਬਨੀ ਇਸਰਾਇਲ ਕੌਮ ਨੇ ਗੁਨਾਹ ਕੀਤਾ, ਪਹਿਲੀ ਵਾਰੀ ਤਾਂ ਉਹਨਾਂ ਬਛੜਾ ਬਣਾ ਲਿਆ। ਠੀਕ ਹੈ, ਅਗਲੀ ਵਾਰੀ ਉਹਨਾਂ ਨੇ ਇੱਕ ਗੁਨਾਹ ਹੋਰ ਕੀਤਾ ਔਰ ਖੁਦਾ ਐਡਾ ਸਖਤ ਨਾਰਾਜ਼ ਹੋਇਆ। ਖੁਦਾ ਨੇ ਕਿਹਾ ਕਿ ਮੂਸਾ ਪਹਿਲਾਂ ਤੇ ਮੈਂ ਇਹਨਾਂ ਦੇ ਵਿੱਚ ਖੈਮਾ ਲਾਣਾ ਹਨਾ, ਹੁਣ ਮੈਂ ਇਹਨਾਂ ਦੇ ਵਿੱਚ ਨਹੀਂ ਟੁਰਾਂਗਾ। ਠੀਕ ਹੈ, ਤੇ ਮੂਸਾ ਫਿਰ 40 ਦਿਨ ਖੁਦਾ ਅੱਗੇ ਫਿਰ ਉਹਦੇ ਮੂੰਹ ਡਿੱਗਿਆ ਰਿਹਾ, ਖੁਦਾ ਨੂੰ ਮਨਾਉਂਦਾ ਰਿਹਾ, ਖੁਦਾ ਨੂੰ ਕਹਿੰਦਾ ਰਿਹਾ, ਖੁਦਾ ਨੂੰ। ਠੀਕ ਹੈ, ਕਿ ਖੁਦਾਵੰਦ ਨਹੀਂ ਤੂੰ ਇੰਜ ਕਰ, ਤੂੰ ਆਪਣਾ ਖੈਮਾ ਇਹਨਾਂ ਦੇ ਵਿੱਚ ਰੱਖ। ਅਲਟੀਮੇਟਲੀ ਖੁਦਾ ਮੂਸਾ ਨੇ ਰੈਡੀਕਲ ਅਨਾਉਂਸਮੈਂਟ ਕੀਤੀ, ਕਹਿੰਦਾ ਖੁਦਾਵੰਦ ਆਖਰੀ ਗੱਲ ਕਰ ਲਗਾ, ਜੇ ਤੂੰ ਇਹਨਾਂ ਨੂੰ ਮਾਫ ਨਹੀਂ ਨਾ ਕਰਨਾ ਤੇ ਫਿਰ ਮੇਰਾ ਨਾਮ ਵੀ ਉਸ ਕਿਤਾਬ ਵਿੱਚ ਮਿਟਾ ਲੈ ਜਿਹੜੀ ਤੂੰ ਲਿਖੀ ਹੈ। ਓਹੋ ਦੈਟ ਇਹ ਚੀਜ਼ ਨੇ ਖੁਦਾ ਨੂੰ ਨਾ ਮੋਟੀਵੇਟ ਕਰ ਦੇਣਾ। ਕਹਿੰਦਾ ਨਹੀਂ, ਓਕੇ ਮੋਜ਼ਸ, ਆਈ ਐਮ ਨਾਟ ਗੋਇੰਗ ਟੂ ਬਲੌਟ ਆਊਟ ਯੂਰ ਨੇਮ ਫਰਮ ਦ ਬੁੱਕ, ਲੇਕਿਨ ਮੈਂ ਕੀ ਕਰਾਂਗਾ, ਮੈਂ ਹੁਣ ਵਿੱਚ ਦੀ ਬਜਾਏ ਮੈਂ ਖੈਮਾ ਬਾਹਰ ਲਾਵਾਂਗਾ, ਜਿਹਨੇ ਮੈਨੂੰ ਮਿਲਣਾ ਹੋਏਗਾ ਨਾ ਲਸ਼ਕਰਗਾਹ ਤੋਂ ਬਾਹਰ ਆ ਕੇ ਮਿਲੇ। ਠੀਕ ਹੈ, ਹੁਣ ਮੈਂ ਵਿੱਚ ਨਹੀਂ ਰਵਾਂਗਾ ਇਹਨਾਂ ਦੇ। ਓਕੇ, ਸੋ ਮੂਸਾ ਨੇ ਆਖਰੀ ਧਮਕੀ ਕੀ ਲਾਈ ਕਿ ਜੇ ਇਹਨਾਂ ਨੂੰ ਮਾਫ ਨਹੀਂ ਕਰਨਾ ਤੇ ਕੀ ਕਰ, ਮੇਰਾ ਵੀ ਨਾਂ ਬਤਾ ਦੇ। ਓਕੇ, that's the book of life ਜਿਹਦੇ ਨਾਂ ਲਿਖੇ। ਲੇਕਿਨ ਐਨੀਵੇ ਮਲਾਕੀ ਚ ਇੱਕ ਹੋਰ ਦਫ਼ਤਰ ਖੁੱਲਿਆ ਜੀ, ਪੜੋ ਜੀ ਜਰਾ ਮਲਾਕੀ ਦਾ ਵਾਲਾ। ਮੈਂ ਪੜਾਂਗੀ ਮਲਾਕੀ ਚੈਪਟਰ 3 14 ਤੋਂ 18। ਹਾਂਜੀ ਪੜੋ ਜਰਾ। ਤੁਸਾਂ ਆਖਿਆ ਪਰਮੇਸ਼ਵਰ ਦੀ ਸੇਵਾ ਵਿਅਰਥ ਹੈ ਅਤੇ ਕੀ ਲਾਭ ਹੈ ਭਈ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ ਅਤੇ ਸੈਨਾ ਦੇ ਯਹੋਵਾ ਦੇ ਸਨਮੁਖ ਸਿਆਪਾ ਕਰਦੇ ਹੋਏ ਚਲੀਏ। ਹੁਣ ਤਾਂ ਅਸੀਂ ਆਕੜਬਾਜ਼ਾਂ ਨੂੰ ਧੰਨ ਆਖਦੇ ਹਾਂ ਅਤੇ ਦੁਸ਼ਟ ਸਫਲ ਹੀ ਹੁੰਦੇ ਹਨ। ਉਹ ਪਰਮੇਸ਼ਵਰ ਨੂੰ ਪਰਤਾ ਕੇ ਵੀ ਛੁਟਕਾਰਾ ਪਾਉਂਦੇ ਹਨ। ਤਦ ਯਹੋਵਾ ਦਾ ਭੈ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ। ਯਹੋਵਾ ਨੇ ਧਿਆਨ ਦੇ ਕੇ ਸੁਣਿਆ ਤਾਂ ਯਹੋਵਾ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗਿਰੀ ਦੀ ਪੁਸਤਕ ਲਿਖੀ ਗਈ। ਸੈਨਾ ਦਾ ਯਹੋਵਾ ਆਖਦਾ ਹੈ, ਉਹ ਮੇਰੇ ਲਈ ਹੋਣਗੇ, ਅਰਥਾਤ ਮੇਰੀ ਖਾਸ ਮਲਕੀਅਤ। ਜਿਸ ਦਿਨ ਮੈਂ ਇਹ ਕਰਾਂ ਮੈਂ ਉਹਨਾਂ ਨੂੰ ਬਖਸ਼ ਦਿਆਂਗਾ, ਜਿਵੇਂ ਕੋਈ ਮਨੁੱਖ ਆਪਣੀ ਸੇਵਾ ਕਰਨ ਵਾਲੇ ਪੁੱਤਰ ਨੂੰ ਬਖਸ਼ ਦਿੰਦਾ ਹੈ। ਤਦ ਤੁਸੀਂ ਮੁੜੋਗੇ ਅਤੇ ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ਵਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹਦੇ ਵਿੱਚ ਪਰਖ ਕਰੋਗੇ। ਓਕੇ ਜੀ, ਸੋ ਪਰਖ ਕੀ ਹੈ ਕਿ ਆਰਗੂਮੈਂਟ ਕੀ ਉੱਥੇ ਜਿਹੜੇ ਲੋਕ ਖੁਦਾ ਦੀ ਪ੍ਰਸਤਿਸ਼ ਕਰਦੇ, ਇਬਾਦਤ ਕਰਦੇ, ਹਮਦੋ ਸਨਾ ਕਰਦੇ, ਉਹ ਕਹਿੰਦੇ ਨੇ
ਕਿ ਭਾਈ ਜਿਹੜੇ ਨਹੀਂ ਕਰਦੇ ਉਹ ਚੰਗੇ ਬੜੇ ਨੱਠੇ ਭੱਜੇ ਫਿਰਦੇ ਨੇ ਹੈ, ਉਹਨਾਂ ਕੋਲ ਦੌਲਤ ਵੀ ਹੈ, ਪੈਸਾ ਵੀ ਹੈ, ਚੋਰੀ ਚਕਾਰੀ ਵੀ ਕਰਦੇ ਨੇ, ਝੂਠ ਵੀ ਮਾਰਦੇ ਨੇ, ਧੋਖਾ ਵੀ ਦਿੰਦੇ ਨੇ, ਫਿਰ ਵੀ ਠੀਕ ਨੇ। ਅਸੀਂ ਖੁਦਾਵੰਦ ਤੇ ਤੋਂ ਡਰਦੇ ਕੰਬਦੇ ਰਹਿੰਦੇ ਆ, ਬਾਤਾਂ ਕਰਦੇ ਰਹਿੰਦੇ ਆ ਤੇ ਸਾਨੂੰ ਹੋਸ਼ ਨਹੀਂ ਫਿਰਦੀ। ਖੁਦਾ ਕਹਿੰਦਾ ਜੀ ਖੁਦਾ ਦੀ ਹਜ਼ੂਰੀ 'ਚ ਯਾਦਗਾਰ ਦਾ ਕੀ ਲਿਖਿਆ ਗਿਆ? ਦਫ਼ਤਰ ਲਿਖਿਆ ਗਿਆ, ਪੂਰਾ ਰਜਿਸਟਰ ਖੋਲਿਆ ਗਿਆ। ਔਰ ਫਿਰ ਖੁਦਾ ਨੇ ਕਿਹਾ ਕਿ ਹੁਣ ਤੁਸੀਂ ਜਾਣੋਗੇ ਕਿ ਜਿਹੜੇ ਖੁਦਾ ਤੋਂ ਡਰਦੇ ਔਰ ਇਬਾਦਤ ਕਰਦੇ ਔਰ ਜਿਹੜੇ ਨਹੀਂ ਕਰਦੇ ਉਹਨਾਂ ਦੋਵਾਂ ਦੇ ਵਿੱਚ ਮੈਂ ਕਿਹੜੀ ਵੰਡ ਪਾਵਾਂਗਾ। ਠੀਕ ਹੈ, ਸੋ ਦੈਟਸ ਵਾਈ ਗॉड ਨੋਜ਼ ਆਵਰ ਪ੍ਰੋਗਰਾਮ, ਗॉड ਨੋਜ਼ ਆਵਰ ਪਲਾਨ। ਓਕੇ ਜੀ, ਦੂਜਾ ਹਵਾਲਾ ਮੁਕਾਸ਼ਫਾ ਦੀ ਕਿਤਾਬ ਵਿੱਚ ਜ਼ਰਾ ਬਸ ਇੱਕ ਹਵਾਲਾ ਪੜ੍ਹਿਓ ਜ਼ਰਾ ਅੰਕਲ ਜੀ, 21 ਜਾਂ 20 ਆਇਤ, 20 ਬਾਬ ਕੋਈ ਵੀ ਪੜ੍ਹ ਦਿਓ, 21 27 ਪੜ੍ਹ ਦਿਓ। ਸਿਸਟਰ ਜੋਤੀ ਪੜ੍ਹਨਾ ਮੇਰੇ ਖਿਆਲ ਵਿੱਚ ਮੁਕਾਸ਼ਫਾ ਪ੍ਰਕਾਸ਼ 21 27। ਉਸਦੇ ਅੰਦਰ ਕੋਈ ਵੀ ਭ੍ਰਸ਼ਟ ਚੀਜ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਉਹਨਾਂ ਨੂੰ ਜੋ ਘਿਰਣਾਯੋਗ ਕੰਮ ਕਰਦੇ ਹਨ ਅਰਥਾਤ ਝੂਠਿਆਂ ਨੂੰ ਉਸ ਅੰਦਰ ਆਉਣ ਦਿੱਤਾ ਜਾਵੇਗਾ। ਉਸਦੇ ਅੰਦਰ ਕੇਵਲ ਉਹ ਹੀ ਆਉਣਗੇ ਜਿਨ੍ਹਾਂ ਦੇ ਨਾਂ ਮੇਮਨੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ। ਓਕੇ, ਥੈਂਕ ਯੂ ਜੀ। ਓਕੇ, ਕਿਤਾਬ ਤੋਂ ਵੇਲੇ ਹੀ ਨਾ, ਬੁੱਕ ਆਫ ਲੈਂਬ, ਬੁੱਕ ਆਫ ਗॉड, ਬੁੱਕ ਆਫ ਨੇਮਸ। ਸੋ ਮੁਕਾਸ਼ਫਾ ਦੀ ਕਿਤਾਬ ਵੀ ਔਰ ਸਾਰੇ ਸਾਨੂੰ ਦੱਸ ਦਈਏ ਕਿ ਖੁਦਾ ਦੇ ਹਜ਼ੂਰ ਯਾਦਗਾਰੀ ਦਫ਼ਤਰ ਕਿਤਾਬ ਲਿਖਿਆ ਗਿਆ। ਔਰ ਜ਼ਬੂਰ ਨਵੀਸ ਕਹਿ ਰਿਹਾ ਵੇ ਕਿ ਜੀ ਖੁਦਾ ਕੌਮਾਂ ਦਾ ਜਦੋਂ ਸ਼ੁਮਾਰ ਕਰੇਗਾ ਤੇ ਖੁਦਾ ਫਿਰ ਨਾਂ ਦਰਜ ਕਰੇਗਾ। ਓਕੇ, ਕਿ ਜੀ ਇਹ ਵੀ ਯਰੂਸ਼ਲਮ, ਨਵੇਂ ਯਰੂਸ਼ਲਮ ਚਰਚ ਕਲੀਸਿਆ ਦੇ ਜ਼ਰੀਏ ਜਿਹੜਾ ਵੇ ਇਹ ਸ਼ਕਤ ਪੈਦਾ ਹੈ। ਆਖਰੀ ਪੁਆਇੰਟ ਜਿਹੜਾ ਵੇ ਉਹ ਵੇ ਸਾਡਾ ਮੇਰੇ ਜੀਜ਼ੋ ਕਿ ਗਾਣ ਵਾਲੇ ਤੇ ਨੱਚਣ ਵਾਲੇ। ਠੀਕ ਹੈ, ਦੋ ਕੈਟਾਗਰੀਜ਼ ਨੇ, ਗਾਣ ਵਾਲੇ ਤੇ ਨੱਚਣ। ਮੋਸਟਲੀ ਜਨਰਲੀ ਸਾਡੇ ਕਲੀਸਿਆਵਾਂ ਦੇ ਵਿੱਚ ਨਾ ਅਕਸਰ ਸਾਡਾ ਕੰਟੈਕਸਟ ਇੰਜ ਦਾ ਵੇ ਕਿ ਅਸੀਂ ਇਬਾਦਤ ਦੇ ਵਿੱਚ ਜਿਹੜਾ ਨਾ ਡਾਂਸ ਨੂੰ ਅਸੀਂ ਇੰਨਾ ਜ਼ਿਆਦਾ ਉਹ ਨਹੀਂ ਕਰਦੇ। ਕਿਸੇ ਹੋਰ ਦਿਨ ਮੌਕਾ ਮਿਲਿਆ ਤੇ ਅਸੀਂ ਵਰਸ਼ਿਪ ਡਾਂਸ ਤੇ ਜਾਂ ਵਰਸ਼ਿਪ ਤੇ ਗੱਲ ਕਰਾਂਗੇ। ਲੇਕਿਨ ਇੱਥੇ ਜ਼ਬੂਰ ਨਵੀਸ ਜਿਹੜਾ ਵੇ ਬਨੀ ਕੋਰਾ ਜਿਹੜਾ ਵੇ ਉਹ ਕਹਿਣ ਡਿਆ ਵੇ ਕਿ ਜੀ ਜਿੰਨੇ ਖੁਦਾ ਦੇ ਗਾਣ, ਕਿਉਂਕਿ ਉਹਦੀ ਆਪਣੇ ਕਬੀਲੇ ਨਾ ਆਪੀ ਉਹ ਗਾਣ ਵਜਾਉਣ ਵਾਲੇ ਕਬੀਲਿਆਂ ਦੇ ਵਿੱਚੋਂ ਹੈ। ਠੀਕ ਹੈ ਨਾ, ਤੇ ਕਹਿਣ ਡਿਆ ਵੇ ਕਿ ਜੀ ਜਿੰਨੇ ਗਾਣ ਵਾਲੇ ਤੇ ਨੱਚਣ ਵਾਲੇ, ਇੰਸਟਰੂਮੈਂਟ ਪਲੇ ਕਰਨ ਵਾਲੇ ਜਿੰਨੇ ਨੇ, ਉਹ ਨੱਚਦਿਆਂ ਤੇ ਗਾਉਂਦਿਆਂ ਹੋਇਆਂ ਕੀ ਕਹਿਣਗੇ ਕਿ ਮੇਰੇ ਸਾਰੇ ਚਸ਼ਮੇ ਤੇਰੇ ਚ ਨੇ। ਮੇਰਾ ਸੋਰਸ, ਚਸ਼ਮੇ ਦਾ ਮਤਲਬ ਕੀ ਹੈ? ਵਗਦੀ ਨਦੀ, ਫਲੋ ਜਿਹੜਾ ਵੇ ਪਾਣੀ ਦਾ, that represent life। ਠੀਕ ਹੈ, ਔਰ ਉਹ ਕਹੇਗਾ ਕਿ ਜੀ ਮੇਰੀ ਜ਼ਿੰਦਗੀ ਜਿਹੜੀ ਹੈ ਉਹ ਖੁਦਾ ਨੂੰ ਮੈਂ ਨੱਚਦਿਆਂ ਤੇ ਗਾਉਂਦਿਆਂ ਤੇ ਤੇਰੀ ਹਮਦੋ ਸਨਾ ਕਰਦਿਆਂ ਜਿਹੜੀ ਹੈ ਨਾ ਉਹ ਮੈਂ ਗੁਜ਼ਾਰਾਂਗਾ, ਤਾਂ ਕਿ ਅਸੀਂ ਇਹ ਸਾਰੇ ਵਰਾ ਕੇ ਕਵਾਂਗੇ ਕਿ ਮੇਰੀਆਂ ਨਦੀਆਂ ਔਰ ਮੇਰੀ ਸੋਰਸ ਆਫ ਲਾਈਫ ਖੁਦਾਵੰਦ ਤੂੰ ਹੀ ਹੈ। ਸੋ ਮੇਰੇ ਜਦੋਂ ਅਸੀਂ ਵੇਖਦੇ ਹਾਂ ਕਿ ਨਵੇਂ ਯਾਦਨਾਮੇ ਦੇ ਵਿੱਚ ਆ ਕੇ ਖੁਦਾਵੰਦ ਯਿਸੂ ਮਸੀਹ ਨੇ ਇਸ ਸ਼ਹਿਰ ਨੂੰ ਬੜਾ ਪਿਆਰ ਕੀਤਾ। ਯਿਸੂ ਮਸੀਹ ਪਤਾ ਰੋਏ ਨੇ ਇਸ ਸ਼ਹਿਰ ਤੇ, ਯਿਸੂ ਮਸੀਹ 2 ਵਾਰ ਰੋਏ ਨੇ ਬਸ। 3.5 ਸਾਲਾ ਲਾਈਫ ਵਿੱਚ 2 ਵਾਰੀ ਰੋਇਆ ਬੰਦਾ। ਠੀਕ ਹੈ ਨਾ, ਔਰ ਕਿਹੜੀ ਗੱਲ ਤੇ ਰੋਇਆ? ਨੰਬਰ 1 ਕਿਦੋਂ ਕੋ ਰੋਇਆ ਯਿਸੂ ਮਸੀਹ? ਲਾਜ਼ਰ ਦੀ ਕਬਰ ਤੇ। ਠੀਕ ਹੈ, ਔਰ ਦੂਜੀ ਵਾਰੀ ਕਿਦੋਂ ਕੋ ਰੋਇਆ ਯਿਸੂ ਮਸੀਹ? ਯਰੂਸ਼ਲਮ ਤੇ। ਯਰੂਸ਼ਲਮ ਦੇ ਉੱਤੇ ਪਿੱਛੇ ਮੁੜ ਕੇ ਦੇਖਿਆ। ਠੀਕ ਹੈ ਨਾ, ਸੋ ਬੰਦੇ ਨੂੰ ਰੋਣਾ, ਜਦੋਂ ਬੰਦਾ ਇਸ਼ਕ ਚ ਨਾਕਾਮ ਹੋ ਜਾਏ ਨਾ ਰੋ ਪੈਂਦਾ। ਠੀਕ ਹੈ, ਯਿਸੂ ਮਸੀਹ ਦਾ ਇਸ਼ਕ ਜਿਹੜਾ ਸੀ, ਯਿਸੂ ਮਸੀਹ ਦੀ ਮੁਹੱਬਤ ਜਿਹੜੀ ਸੀ ਯਰੂਸ਼ਲਮ ਦੇ ਲੋਕਾਂ ਦੇ ਨਾਲ, ਸ਼ਹਿਰ ਦੇ ਨਾਲ, ਖੁਦਾ ਦੇ, ਉਹਨਾਂ ਨੇ ਤਬਾਹੀ ਔਰ ਬਰਬਾਦੀ ਯਿਸੂ ਮਸੀਹ ਨੇ, ਉਹਨੂੰ ਪਤਾ ਸੀ ਕਿ ਅਗਰ ਅਦਾਲਤ ਇਹਨਾਂ ਤੇ ਆਏਗੀ ਔਰ ਇਹਨਾਂ ਦਾ ਹਸ਼ਰ ਕੀ ਹੋਏਗਾ। ਠੀਕ ਹੈ, ਸੋ ਹੀ ਕ੍ਰਾਈਡ ਆਊਟ, ਜਿਵੇਂ ਲਿਖਿਆ ਨਾ ਜੈਸੇ ਬਾਪ ਆਪਣੇ ਬੱਚੋਂ ਪਰ ਕੀ ਕਰਦਾ ਹੈ, ਰਹਿਮ ਖਾਂਦਾ। ਉਹਨਾਂ ਨੇ ਰਹਿਮ ਕੀਤਾ, ਉਹਨੇ ਹੱਥ ਵਧਾਇਆ, ਉਹਨੇ ਕਿਹਾ ਜੀ ਕਿ ਮੈਂ ਹੱਥ ਵਧਾਏ ਰੱਖਿਆ ਲੇਕਿਨ ਤੂੰ ਮੇਰੇ ਹੱਥ ਨੂੰ ਝਿੜਕ ਦਿੱਤਾ। ਦੈਟਸ ਅ ਕਾਈਂਡ ਆਫ ਜਿਹਨੂੰ ਕਿਹਾ ਜਾਏ ਨਾ ਕਿ ਬਾਈਬਲ ਮੁਕੱਦਸ ਵਿੱਚ ਕਈ ਵਾਰੀ ਕੁਝ ਚੀਜ਼ਾਂ ਦੇ ਤਰਜਮੇ ਹੋਏ ਨੇ। ਮੇਰੇ ਨਜ਼ਦੀਕ ਲਫ਼ਜ਼ ਮੁਹੱਬਤ ਜਿਹੜਾ ਵੇ ਨਾ ਉਹ ਲਾਈਟ ਵਰਡ ਹੈ, ਉਹਦੀ ਬਜਾਏ ਲਫ਼ਜ਼ ਇਸ਼ਕ ਹੋਣਾ ਚਾਹੀਦਾ ਸੀ, ਕਿਉਂਕਿ ਇਸ਼ਕ ਜਿਹੜਾ ਵੇ ਉਹਦੇ ਚ ਬੰਦਾ ਜਿਹੜਾ ਵੇ ਨਾ ਉਹ ਟੋਟਲੀ ਇੰਗੇਜ ਇੰਡਲਜ ਹੋ ਜਾਂਦਾ ਵੇ। ਸੋ ਖੁਦਾ ਦੀ ਮੁਹੱਬਤ ਨੂੰ ਪੇਸ਼ ਕਰਨ ਦਾ ਜਿਹੜਾ ਪ੍ਰੋਪਰ ਵਰਡ ਹੈ ਦੈਟ ਇਜ਼ ਇਸ਼ਕ। ਔਰ ਖੁਦਾਵੰਦ ਯਿਸੂ ਮਸੀਹ ਉਸੇ ਇਸ਼ਕ ਦੇ ਵਿੱਚ ਯਰੂਸ਼ਲਮ ਦੇ ਵਿੱਚ ਆਪਣੀ ਜਾਨ ਦੇ ਦਿੱਤੀ, ਔਰ ਖੁਦਾ ਦੀ ਮੁਹੱਬਤ ਜਿਹੜੀ ਜੇ ਸਾਡੇ ਤੱਕ ਪਹੁੰਚੀ ਔਰ ਯਿਸੂ ਮਸੀਹ ਦੇ ਵਸੀਲੇ ਯਰੂਸ਼ਲਮ ਸ਼ਹਿਰ ਤੋਂ ਹੀ ਦੁਨੀਆ ਨੂੰ ਯਿਸੂ ਮਸੀਹ ਨੇ ਕਿਹਾ ਜਾਓ ਔਰ ਜਾ ਕੇ ਉਹਨਾਂ ਨੂੰ ਕੀ ਕਰੋ, ਮੁਨਾਦੀ ਕਰੋ। ਗ੍ਰੇਟ ਕਮਿਸ਼ਨ ਦਿੱਤਾ। ਹੀ ਕ੍ਰੂਸੀਫਾਈਡ ਐਂਡ ਦ ਯਰੂਸ਼ਲਮ ਬਿਗਨ ਸਟਾਰਟਡ। रसूलों ने माल पहले 8वीं आयत में लिखा है कि यरूशलेम से लेकर दुनिया के आखिर तक। ठीक है ना, so that's the starting point। खुदा ने मेरे जीजो सानू इंडियन पाकिस्तानी कलीसिया ਨੂੰ, ਪੰਜਾਬੀ ਉਰਦੂ ਹਿੰਦੀ ਬੋਲਣ ਵਾਲਿਆਂ ਨੂੰ ਖੁਦਾ ਇਹਨਾਂ ਮੁਲਕਾਂ 'ਚ ਲੈ ਕੇ ਆਇਆ ਵੇ। ਖੁਦਾ ਸਾਨੂੰ ਦੁਨੀਆ ਦੀ ਹੱਦਾਂ ਕ੍ਰਾਸ ਕਰਾ ਕੇ ਲੈ ਕੇ ਆਇਆ ਵੇ। ਤੇ ਜੇ ਹੁਣ ਵੀ ਅਗਰ ਅਸੀਂ ਸਿਰਫ ਇੱਕ ਦੂਜੇ ਨਾਲ ਆਪਣੇ ਆਪ ਨੂੰ ਕੰਪੈਰੀਜ਼ਨ ਕਰਦੇ ਰਹੇ, ਖੁਦਾ ਦੀ ਖਿਦਮਤ ਔਰ ਖੁਦਾ ਦੀ ਕੌਮਾਂ ਤੱਕ ਨਾ ਪਹੁੰਚੇ, ਤਾਂ then we don't have any excuse। ਖੁਦਾ ਸਾਨੂੰ ਯਰੂਸ਼ਲਮ ਤੋਂ ਜਾਰੀ ਇਸ ਚਸ਼ਮੇ ਨੂੰ, ਯਰੂਸ਼ਲਮ ਤੋਂ ਜਾਰੀ ਜਿਹੜਾ ਨਵਾਂ ਸ਼ਹਿਰ ਆਜ਼ਾਦ ਯਰੂਸ਼ਲਮ ਅਸਮਾਨ ਦੇ ਵਿੱਚ, ਉੱਥੋਂ ਜਾਰੀ ਇਸ ਫਜ਼ਲ ਦੇ ਚਸ਼ਮੇ ਦੇ ਨਾਲ ਖੁਦਾ ਸਾਨੂੰ ਮਿਲਣ ਦਾ ਔਰ ਖੁਦਾ ਖਿਦਮਤ ਦਾ ਮੌਕਾ ਦੇਵੇ। ਆਮੀਨ ਆਮੀਨ। ਥੈਂਕ ਯੂ ਪਾਸਟਰ ਜੀ। ਹੁਣ ਮੈਂ ਇਨਵਾਈਟ ਕਰਦੀ ਹਾਂ ਅੰਕਲ ਜੋਸ਼ੂਆ ਨੂੰ ਕਿ ਉਹ ਆਪਣੇ ਸਵਾਲ, ਆਪਣੇ ਕਮੈਂਟਸ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ।
ਦੇਖਣ ਨੂੰ ਬੜਾ ਆਸਾਨ ਜਿਹਾ ਲੱਗਦਾ ਚੈਪਟਰ ਇਹ, ਕਿਉਂਕਿ ਆਇਤਾਂ ਜਿਹੜੀਆਂ ਨੇ ਇਹਦੀਆਂ ਥੋੜੀਆਂ ਨੇ, ਮਗਰ ਇਟਸ ਪਾਵਰਫੁਲ। ਇੱਥੇ ਜਿਹੜਾ ਖੁਦਾ ਦਾ ਜਿਹੜਾ ਟੈਂਪਲ ਆ, ਇਹ ਰਿਪਰੈਜ਼ੈਂਟ ਕਰਦਾ ਦਾ ਫਿਊਚਰ ਕਮਿਊਨਿਟੀ ਆਫ ਆਲ ਬਲੀਵਰਸ। Holy city, God described, honor of living there will be granted to all whose names are recorded in the Lamb's book of life. ਤੇ ਜਿਸ ਤਰ੍ਹਾਂ ਪਾਸਟਰ ਜੀ ਨੇ ਦੱਸਿਆ, ਰਹਾਬ ਜਿਹੜਾ ਹੈ, ਰਹਾਬ is the name for a monster known in ancient poetry as an enemy of God. ਇਹਦਾ ਮੇਨ ਜਿਹੜਾ ਥੀਮ ਹੈ ਇਸ ਚੈਪਟਰ ਦਾ, the city of God, where all believers will one day together. ਇੱਕ ਦਿਨ ਅਸੀਂ ਉਸ ਸ਼ਹਿਰ ਦੇ ਵਿੱਚ ਸਾਰੇ ਇਕੱਠੇ ਹੋਵਾਂਗੇ। That's it. ਆਮੀਨ, ਥੈਂਕ ਯੂ ਜੀ। ਸੋ ਮੈਂ ਅੰਕਲ ਨਾਲ ਦੀ ਗੱਲ ਤੋਂ ਵੇਖੋਗੇ ਕਿ ਜਿਹੜਾ ਉਹਨਾਂ ਗਲੋਬਲ ਗੱਲ ਕੀਤੀ ਹੈ ਨਾ, ਕਿ ਖੁਦਾ ਦਾ ਮਿਸ਼ਨ ਜਾਂ ਖੁਦਾ ਦਾ ਜਿੰਨਾ ਵੀ ਕੰਮ ਹੈ ਜ਼ਬੂਰਾਂ ਤੋਂ ਸ਼ੁਰੂ, ਜਿਹੜਾ ਖੁਦਾ ਯਿਸੂ ਮਸੀਹ ਨੇ ਜ਼ਬੂਰ ਨੂੰ ਇਸ ਬਾਰ-ਬਾਰ ਉਹ ਦਾਵਤ ਦਿੰਦੇ ਨੇ ਖੁਦਾ ਦੇ ਲੋਕਾਂ ਨੂੰ ਕਿ ਤੁਹਾਡਾ ਕੰਮ ਸਿਰਫ ਤੁਹਾਡੇ ਤੱਕ ਨਹੀਂ ਹੈ, ਯੂ ਆਰ ਅ ਚੈਨਲ, ਤੁਸੀਂ ਚੈਨਲ ਹੋ, ਠੀਕ ਹੈ ਨਾ। ਅਸੀਂ ਅੱਗੋਂ ਚੈਨਲ ਦਾ ਢੱਕਣਾ ਬੰਦ ਕਰਕੇ ਆਪੇ ਇੰਜੋਏ ਕਰਦੇ ਰਹਿੰਦੇ ਹਾਂ, ਕਦੀ ਸਲਾਈਡ ਉਧਰ ਨੂੰ ਤੇ ਕਦੀ ਸਲਾਈਡ ਉਧਰ ਨੂੰ, ਠੀਕ ਹੈ ਨਾ। But that is not for us. That is the church is a channel actually to go and reach out to the nations. So yeah, ਸਾਡੇ ਵਾਸਤੇ ਬੜੇ ਵੱਡਾ ਮੈਂਡੇਟ ਹੈ ਸਾਡੇ ਕੋਲ। ਐਂਡ ਮੈਂ ਇਨਵਾਈਟ ਕਰਦੀ ਹਾਂ ਆਂਟੀ ਜੋਤੀ ਨੂੰ ਕਿ ਉਹ ਆਪਣੇ ਸਾਡੇ ਸਾਰਿਆਂ ਨਾਲ ਆਪਣੇ ਕਮੈਂਟਸ, ਆਪਣੇ ਸਵਾਲ ਸਾਡੇ ਨਾਲ ਸ਼ੇਅਰ ਕਰਨ। ਮੈਨੂੰ ਇਸ ਵਿੱਚ ਜਿਹੜਾ ਇਹ ਜ਼ਬੂਰ ਹੈ, ਇਹਦੇ ਵਿੱਚ ਯਰੂਸ਼ਲਮ ਸ਼ਹਿਰ ਦੀ ਮਹਿਮਾ ਦੇ ਬਾਰੇ ਸਾਰਾ ਉਹਨਾਂ ਨੇ ਆਇਤਾਂ ਲਿਖੀਆਂ, ਪਰ ਇਹਦੀ ਪਹਿਲੀ ਆਇਤ ਵਿੱਚ ਜੋ ਬੜੀ ਪਾਵਰਫੁਲ ਹੈ, ਕਿਉਂਕਿ ਪਵਿੱਤਰ ਪਹਾੜ ਸਿਯੋਨ ਦੇ ਉੱਤੇ ਪ੍ਰਭੂ ਨੇ ਆਪਣੇ ਸ਼ਹਿਰ ਦੀਆਂ ਨੀਹਾਂ ਰੱਖੀਆਂ, ਕਿਉਂਕਿ ਇੱਥੋਂ ਹੀ ਸਾਰੇ ਦੇਸ਼ਾਂ ਦੀ ਸ਼ੁਰੂਆਤ ਹੋਈ। ਸਭ ਤੋਂ ਪਹਿਲਾਂ ਯਰੂਸ਼ਲਮ ਸ਼ਹਿਰ ਬਣਿਆ ਜਦੋਂ ਪ੍ਰਭੂ ਨੇ ਨੀਂਹ ਰੱਖੀ ਸੀ ਉਹਦੀ, ਫਿਰ ਉਹ ਖੁਦਾ ਦਾ ਸ਼ਹਿਰ ਕਹਿਲਾਇਆ ਗਿਆ, ਕਿਉਂਕਿ ਉੱਥੇ ਬਹੁਤ ਸਾਰੇ ਪਵਿੱਤਰ ਨਬੀ ਔਰ ਮੂਸਾ ਨੂੰ ਵੀ ਉਹਨਾਂ ਨੇ ਜਿਸ ਤਰ੍ਹਾਂ ਤਿਆਰ ਕੀਤਾ। ਔਰ ਇਸਦੀ ਇੱਕ ਜਿਹੜੀ ਪਹਿਲੀ ਆਇਤ ਬੜੀ ਪਾਵਰਫੁਲ ਹੈ, ਔਰ ਦੂਸਰੀ ਇਸਦੀ ਹੈਗੀ ਹੈ ਜਿਹੜੀ 6ਵੀਂ ਆਇਤ ਹੈ, ਪ੍ਰਭੂ ਆਪ ਵੀ ਆਪਣੀ ਗਿਣਤੀ ਵਿੱਚ ਇਹ ਕਹੇਗਾ ਹਰ ਕੋਈ ਉੱਥੇ ਦਾ ਹੀ ਨਿਵਾਸੀ ਹੋਗਾ। ਅਗਰ ਅਸੀਂ ਪ੍ਰਭੂ ਨੂੰ ਪਾ ਲਈਏ ਤਾਂ ਅਸੀਂ ਵੀ ਉੱਥੇ ਇੱਕ ਦਿਨ ਅਸੀਂ ਉੱਥੇ ਵੀ ਜਾਣ ਦੇ ਲਈ ਖੁਦਾ ਦੇ ਅੱਗੇ ਤਿਆਰ ਹੋਵਾਂਗੇ। ਇਹ ਦੋ ਆਇਤਾਂ ਵਧੀਆ ਲੱਗੀਆਂ ਮੈਨੂੰ। ਹਾਂਜੀ, ਥੈਂਕ ਯੂ। ਪਹਿਲੀ ਚੀਜ਼ ਜਿਹੜੀ ਤੁਸੀਂ ਸਿਸਟਰ ਜੋਤੀ ਦੀ ਗੱਲ ਕੀਤੀ ਹੈ ਨਾ, ਕਿ ਉਹਦੀ ਬੁਨਿਆਦ ਫਾਊਂਡੇਸ਼ਨ, ਠੀਕ ਹੈ ਨਾ। ਤੁਸੀਂ ਵੇਖੋਗੇ ਕਿ ਫਾਊਂਡੇਸ਼ਨ ਉਹ ਕੋਈ ਪੱਥਰਾਂ ਦੀ, ਓਰੀਜਨਲ ਪੱਥਰਾਂ ਦੀ ਗੱਲ ਨਹੀਂ ਕਰਨ ਡਿਆ ਜਿਹੜਾ ਸ਼ਾਇਰ ਹੈ। ਤੁਹਾਨੂੰ ਪਤਾ ਸ਼ਾਇਰ ਹਮੇਸ਼ਾ ਇਮੈਜੀਨੇਟਿਵ ਲੈਂਗੁਏਜ ਯੂਜ਼ ਕਰਦੇ ਨੇ, ਸਿੰਬੋਲਿਕ ਯੂਜ਼ ਕਰਦੇ ਨੇ। ਐਕਚੁਅਲੀ ਇਹ ਬੁਨਿਆਦ ਕੌਣ ਹੈ? ਉਹ ਬੁਨਿਆਦ ਖੁਦਾ ਦੀ ਸ਼ਰੀਅਤ ਹੈ, ਖੁਦਾ ਦੀ ਹੈਕਲ ਹੈ, ਖੁਦਾ ਦੀ ਪ੍ਰੈਜ਼ੈਂਸ ਹੈ, ਖੁਦਾ ਦਾ ਤਖਤ ਹੈ, ਠੀਕ ਹੈ ਨਾ। ਅੱਛਾ, ਹੁਣ ਚੂੰਕਿ ਨਵੇਂ ਐਦਨਾਮੇ ਦੇ ਵਿੱਚ ਕ੍ਰਿਸਚੀਅਨ ਪਰਸਪੈਕਟਿਵ ਦੇ ਨਾਲ ਖੁਦਾ ਨੇ ਸਾਨੂੰ ਅਸਮਾਨੀ ਸ਼ਹਿਰ ਯਰੂਸ਼ਲਮ ਦਾ ਸ਼ਹਿਰੀ ਬਣਾਇਆ ਵੇ, ਤੇ ਇਸ ਲਈ ਉਹਦੀ ਬੁਨਿਆਦ ਕੌਣ ਹੈ? ਕੋਨੇ ਕੇ ਸਿਰੇ ਦਾ ਪੱਥਰ ਕੌਣ ਹੈ? ਯਿਸੂ ਮਸੀਹ, ਠੀਕ ਹੈ ਨਾ। ਸੋ ਉਹਦੀ ਬੁਨਿਆਦ ਯਰੂਸ਼ਲਮ ਦੀ ਮੁਕੱਦਸ ਪਹਾੜ ਜਿਹੜਾ ਵੇ, ਉਹ ਅਸਮਾਨੀ ਸ਼ਹਿਰ ਯਰੂਸ਼ਲਮ ਜਿਹੜਾ ਵੇ, ਉਹ ਯਿਸੂ ਮਸੀਹ ਦੀ ਬੁਨਿਆਦ ਹੈ। ਔਰ ਅਸੀਂ ਸਾਰੇ ਰਲ ਕੇ ਉਹਦੇ ਕੀ ਬਣਨੇ ਆ? ਪੱਥਰ ਬਣਨੇ ਆ, ਔਰ ਅਸੀਂ ਖੁਦਾ ਦਾ ਘਰ ਬਣ ਜਾਂਦੇ ਆ, ਠੀਕ ਹੈ ਨਾ। ਪਤਰਸ ਰਸੂਲ ਨੇ ਇਹ ਗੱਲ ਕੀਤੀ ਹੈ। ਔਰ ਜਿਸ ਤਰ੍ਹਾਂ ਅਗਲੀ ਗੱਲ ਕਿ 6ਵੀਂ ਹੈ, ਜਿਵੇਂ ਸਿਸਟਰ ਦਾ ਜ਼ਿਕਰ ਕੀਤਾ ਵੇ ਕਿ ਖੁਦਾ ਦਰਜ ਕਰੇਗਾ ਇਹ ਸ਼ਖਸ ਉੱਥੇ ਪੈਦਾ ਹੋਇਆ ਸੀ। ਅਸੀਂ ਜਿਹੜੇ ਪੈਦਾ ਹੋ ਚੁੱਕੇ ਆ, ਵੀ ਹੈਵ ਦਿਸ ਕੌਨਫੀਡੈਂਸ। ਖੁਦਾ ਨੇ ਸਾਨੂੰ ਆਪਣੀ ਬਾਦਸ਼ਾਹੀ ਚ ਕਬੂਲ ਕਰ ਲਿਆ ਵੇ। ਸਾਨੂੰ ਹੁਣ ਡਰਨ ਦੀ ਭਗੜਨ ਦੀ ਕੋਈ ਲੋੜ ਕੋਈ ਨਹੀਂ, ਨਾ ਸਾਨੂੰ ਸ਼ੱਕ ਕਰਨ ਦੀ ਲੋੜ ਹੈ। ਖੁਦਾ ਦਾ ਪ੍ਰੋਮਿਸ ਹੈ, ਠੀਕ ਹੈ ਨਾ, ਕਿ ਜਿਹੜੇ ਉਹਦੇ ਕੋਲ ਨੇ ਉਹਨਾਂ ਨੂੰ ਕੱਢ ਨਹੀਂ ਦੇਗਾ, ਠੀਕ ਹੈ। ਸਾਨੂੰ ਖੁਦਾ ਸਿਰਫ ਅੱਗੇ ਮੌਕਾ ਹੋਣਾ ਦਿੰਦਾ ਵੇ ਕਿ ਅਸੀਂ ਆਪਣੇ ਬੁਲਾਵੇ ਦੇ ਲਾਇਕ ਹੀ ਚੱਲੀਏ, ਚਾਲ ਚੱਲੀਏ, ਰੂਲ ਕੁਦਸ ਨਾਲ ਮਾਮੂਰ ਹੁੰਦੇ ਜਾਈਏ। ਔਰ ਜਿਹੜਾ ਖੁਦਾ ਨੇ ਸਾਨੂੰ ਕੰਮ ਦਿੱਤਾ ਵੇ ਨਾ, ਅਸੀਂ ਉਹ ਖੁਦਾ ਦੇ ਲੋਕਾਂ ਦੇ ਨਾਲ ਰਲ ਕੇ ਤੇ ਅਸੀਂ ਉਹਦੇ ਚ ਆਪਣੀ ਪਾਰਟਿਸਿਪੇਸ਼ਨ ਕਰੀਏ, ਠੀਕ ਹੈ। ਜਿਹੜਾ ਵੇ ਨਾ ਸ਼ੱਕ ਵਾਲੀ ਗੱਲ ਜਿਹੜੀ ਹੈ ਨਾ, ਕਿ ਜੀ ਅਸੀਂ ਹੋ ਜਾਵਾਂਗੇ ਜਾਂ ਪਤਾ ਨਹੀਂ ਹੋਵਾਂਗੇ ਕਿ ਨਹੀਂ, ਕਈ ਪਾਸੇ ਐਵੇਂ ਡਰਾਈ ਰੱਖਦੇ ਨੇ, ਠੀਕ ਹੈ ਨਾ। ਐਵੇਂ ਲੋਕਾਂ ਨੂੰ ਦਬਾ ਕੇ ਰੱਖਣਗੇ, ਦਬਕੇ ਮਾਰਦੇ ਰਹਿਣਗੇ। ਐ ਨਾ ਕੀਤਾ ਤਾਂ ਇੰਜ ਹੋ ਜਾਏਗਾ, ਐ ਨਾ ਕੀਤਾ ਉਹ ਭਾਈ ਉਹਨੂੰ ਕੋ ਜਾ ਕੇ ਕੋਈ ਕਲਾਮ ਸ਼ਲਾਮ ਪੜਿਆ ਕਰੋ। ਕੋਈ ਉਹਨਾਂ ਇੱਕ ਬੰਦੇ ਕਿਹਾ ਸੀ ਤੁਹਾਂ ਡਿਗਰੀ ਤੇ ਲੈ ਲਈਏ, ਹੁਣ ਥੋੜੀ ਜਿਹੀ ਐਜੂਕੇਸ਼ਨ ਵੀ ਲੈ ਲਓ, ਠੀਕ ਹੈ ਨਾ। So there's a difference between degree and education. There's a difference between title and the understanding of God's word. So ਇਸ ਲਈ ਕੋਲ ਖੁਦਾ ਦੇ ਕਲਾਮ ਦਾ ਪ੍ਰੋਮਿਸ ਹੈ, and we are grateful ਕਿ ਖੁਦਾ ਨੇ ਸਾਨੂੰ ਆਪਣੀ ਨਿਜਾਤ ਦੇ ਵਿੱਚ ਸ਼ਾਮਲ ਕੀਤਾ ਹੈ। Thank you ਇਸ ਰਿਫਲੈਕਸ਼ਨ ਲਈ। ਐਂਡ ਮੈਂ
ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਿਲ ਹੋਏ ਆ। ਸਾਡਾ ਅਗਲਾ ਐਪੀਸੋਡ ਕੱਲ ਰਾਤ ਨੂੰ ਇਸੇ ਵਕਤ ਸ਼ੁਰੂ ਹੋਏਗਾ and ਅਸੀਂ ਜ਼ਬੂਰ 88 ਵਿੱਚ ਜਾਵਾਂਗੇ ਐਂਡ ਇਸੇ ਤਰ੍ਹਾਂ ਅਸੀਂ ਬਨੀ ਕੋਰਾਂ ਦੇ ਜ਼ਬੂਰਾਂ ਦੇ ਸੈੱਟ ਨੂੰ ਕੰਪਲੀਟ ਕਰਾਂਗੇ। ਐਂਡ ਜਿਸ ਤਰ੍ਹਾਂ ਅਸੀਂ ਕੱਲ ਇਹ ਜ਼ਬੂਰ ਦੇ ਸੈੱਟ ਨੂੰ ਅਸੀਂ ਕੰਪਲੀਟ ਕਰਾਂਗੇ, ਅਸੀਂ ਪਰਸਨਲ ਤੁਹਾਨੂੰ ਬ੍ਰੇਕ ਦੇ ਕੇ ਫਰਾਈਡੇ ਰਾਤ ਨੂੰ ਅਸੀਂ ਬਨੀ ਕੋਰਾਂ ਦੇ ਜਿਹੜੇ 12 ਜ਼ਬੂਰ ਅਸੀਂ ਕਵਰ ਕੀਤੇ ਆ, ਇਹਨਾਂ ਦਾ ਅਸੀਂ ਸਪੈਸ਼ਲ ਰਿਵਿਊ ਪ੍ਰੋਗਰਾਮ ਰੱਖਾਂਗੇ ਐਂਡ ਇਹ ਪ੍ਰੋਗਰਾਮ ਸਾਰਿਆਂ ਲਈ ਓਪਨ ਐਕਸੈਸ ਹੋਗਾ ਐਂਡ ਅਸੀਂ ਤੁਹਾਡੇ ਲਈ ਇੱਕ ਲਿੰਕ ਕਰਾਂਗੇ ਗੂਗਲ ਐਪ ਦੇ ਜ਼ਰੀਏ। ਗੂਗਲ ਫਾਰਮਸ ਤੇ ਤੁਸੀਂ ਆਪਣਾ ਨਾਮ ਫਿਲ ਆਊਟ ਕਰਕੇ ਇਸ ਜ਼ਬੂਰ ਦੇ ਪ੍ਰੋਗਰਾਮ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਨਾਲ। ਸੋ ਕੱਲ ਅਸੀਂ ਫਿਰ ਇਸੇ ਤਰ੍ਹਾਂ ਤੁਹਾਡੇ ਨਾਲ ਮਿਲ ਕੇ ਪੰਜਾਬੀ ਵਿੱਚ ਜ਼ਬੂਰਾਂ ਦੀ ਸਟੱਡੀ ਕਰਾਂਗੇ। ਥੈਂਕ ਯੂ। ਥੈਂਕ ਯੂ। ਥੈਂਕ ਯੂ।